ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਫਰਾਈਡੇ ਆ 7 ਵਜੇ ਆ। ਕੁਛ ਜਣੇ ਤੁਸੀਂ ਮੈਚ ਦੇਖ ਰਹੇ ਹੋਗੇ ਇਨ ਵਿਚ ਕੇਸ ਯੂ ਐਂਟ ਵਾਚਿੰਗ ਮੀ so you probably don't even realize I said it but ਬਾਕੀ ਜਨਤਾ ਜਿਨ੍ਹਾਂ ਨੂੰ ਆਪਣਾ ਸ਼ੋਅ ਪਸੰਦ ਆ ਹੋਪਫੁਲੀ ਆ tuned in ਹੋਪਫੁਲੀ ਤੁਸੀਂ ਸਾਰੇ ਸੇਫ ਆ ਐਂਡ ਤੁਸੀਂ ਸਾਰੇ ਠੀਕ ਠਾਕ ਆ ਐਂਡ ਬਸ ਸੁਰੱਖਿਅਤ ਰਹਿ ਰਹੇ ਆ। ਆਪਾਂ ਇੰਨਾ ਕੀ ਅਰਦਾਸ ਕਰ ਸਕਦੇ ਹਾਂ ਤੁਹਾਡੇ ਲਈ। ਬਾਕੀ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਅੱਜ ਤੁਹਾਨੂੰ ਆਪਾਂ ਬਹਿ ਕੇ ਇਮੀਗ੍ਰੇਸ਼ਨ ਦੀ ਐਡਵਾਈਸਾਂ ਦੇ ਦੀਆਂ ਆ ਜਾਂ ਤੁਹਾਨੂੰ ਨਵਾਂ ਦੱਸੀਦਾ ਜੀ ਕਿ ਕੀ ਹੋਇਆ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ। ਇਸ ਵੀਕ ਕਾਫੀ ਇੰਪੋਰਟੈਂਟ ਵੀਕ ਰਹੀ ਹੈ ਜੀ ਕਿਉਂਕਿ ਇਸ ਵੀਕ ਦੋ ਮੇਜਰ ਚੇਂਜਾਂ ਹੋਈਆਂ ਆ। ਇੱਕ ਤਾਂ ਜਿਹੜਾ ਯੂਰਪੀਅਨ ਵਾਲਿਆਂ ਲਈ ਡੈਡਲਾਈਨ ਸੀਗੀ 30 ਜੂਨ ਦੀ ਉਹ ਆ ਗਈ ਜੀ ਅਤੇ 1 ਜੁਲਾਈ ਤੋਂ ਬਾਅਦ ਕਾਫੀ ਚੇਂਜਿਸ ਆਈਆਂ ਉਹਨਾਂ ਦੇ ਵਿੱਚ। ਅਤੇ ਆਲਸੋ ਜੋ ਕੱਲ੍ਹ ਹੈਗੀ 1 ਜੁਲਾਈ 'ਤੇ ਗ੍ਰੈਜੂਏਟ ਰੂਟ ਵੀਜ਼ਾ ਜੋ ਹੈਗਾ ਆ ਸ਼ੁਰੂ ਹੋਇਆ ਉਹ ਸਟੂਡੈਂਟਾਂ ਲਈ ਜਿਹੜੇ ਇੱਥੇ ਆਪਣੀ ਡਿਗਰੀਆਂ ਪੂਰੀਆਂ ਕਰਦੇ ਆ ਯੂਨੀਵਰਸਿਟੀ ਰੈਗੂਲਰ ਜਾ ਕੇ। ਅਤੇ ਉਹਨਾਂ ਲਈ ਗੁੱਡ ਨਿਊਜ਼ ਆਈ ਕਿ ਗ੍ਰੈਜੂਏਟ ਸਕੀਮ ਜੋ ਹੈਗੀ ਖੁੱਲ੍ਹ ਗਈ। ਆ ਪਿਛਲੇ 2 ਦਿਨਾਂ 'ਚ ਆਹੀ ਕੰਮਾਂ 'ਚ ਜੀ ਆਪਾਂ ਬਿਜ਼ੀ ਹਾਂ। ਸੋ ਗ੍ਰੈਜੂਏਟ ਸਕੀਮ ਦੇ ਮੇਰਾ ਖਿਆਲ 30-40 ਤਾਂ ਅਪਲਾਈ ਕਰ ਚੁੱਕੇ ਆ। ਹਜੇ ਵੀ ਮੈਂ ਮੁੜ ਕੇ ਦਫ਼ਤਰ ਜਾਣਾ ਤਾਂ 2 ਹੋਰ ਪਏ ਅਪਲਾਈ ਕਰਨ ਲਈ। ਸੋ ਐਸ ਕੰਮਾਂ 'ਚ ਬਿਜ਼ੀ ਐਜ਼ ਗੁੱਡ ਟੂ ਸੀ ਕਿ ਆਪਾਂ ਆਮ ਤੌਰ 'ਤੇ ਜਦੋਂ ਆਪਾਂ ਸਟੂਡੈਂਟ ਬਾਰੇ ਸੋਚਦੇ ਹਾਂ ਨਾ ਕਿ ਆਪਾਂ ਇਹੀ ਸੁਣੀਦਾ ਕਿ ਨਹੀਂ ਯਾਰ ਲੋਕਾਂ ਨੇ ਪੜ੍ਹਾਈ ਛੱਡਤੀ ਇਹ ਸਟੂਡੈਂਟ ਤਾਂ ਆ ਕੇ ਬਸ ਇੱਦਾਂ ਹੀ ਚੁੱਭੀ ਮਾਰ ਜਾਂਦੇ ਆ ਜਾਂ ਨਿਆਣਿਆਂ ਦੁਆਲੇ ਹੁੰਦੇ ਕਿ ਨਿਆਣੇ ਪੈਦਾ ਕਰੋ। ਉਹ ਜੀ ਥੋੜ੍ਹਾ ਜਿਹਾ ਗੁੱਡ ਨਿਊਜ਼ ਇਹ ਆ ਕਿ ਜੀ ਸਲੋਲੀ ਚੇਂਜ ਹੋ ਰਿਹਾ ਉਸ ਚੀਜ਼ ਦਾ। ਜਿਹੜੇ ਉਹੀ ਸੋਚ 'ਚ ਆਈ ਜਿੱਦਾਂ 2009 10 11  'ਚ ਆਏ ਸੀਗੇ ਅਤੇ ਉਹੀ ਗਾਹਾਂ ਸੋਚ ਉਹਨਾਂ ਨੇ ਗਾਹਾਂ ਦਿੱਤੀ ਆ। ਉਹਨਾਂ ਨੂੰ ਕੋਈ ਨਹੀਂ ਜਿੱਦਾਂ ਹੈਲਪ ਕਰੀ ਕਾਂਟ ਹੈਲਪ ਚੇਂਜ ਦੇ ਮਾਈਂਡ ਸੈਟ ਕਿ ਉਹ ਆਏ ਹੈ ਸੇਮ ਨਾਲ ਆ। ਪਰ ਬਹੁਤ ਮੋਰ ਪੀਪਲ ਆਰ ਸਟੇਟਸ ਦੇ ਵਿੱਚ ਰਹਿ ਰਹੇ ਆਪਣੇ ਕੋਰਸ ਕੰਪਲੀਟ ਕਰ ਰਹੇ ਆ ਤਾਂ ਹੁਣ ਉਹ ਫਾਇਦਾ ਉਠਾ ਰਿਹਾ ਜੀ ਕਿ ਆਪਾਂ 2 ਸਾਲ ਦਾ ਕੰਮ ਦਾ ਵੀਜ਼ਾ ਕਿਉਂ ਨਾ ਲਈਏ ਅਤੇ ਆਪਾਂ ਨੂੰ ਫੀਸ ਵੀ ਵਾਪਸ ਬਣ ਜਾਣੀ ਆ ਪਹਿਲੇ ਸਾਲ 'ਚ ਅਤੇ ਨਾਲੇ ਫਾਇਦੇ 'ਚ ਹੋਵਾਂਗੇ ਦੂਜੇ ਸਾਲ। ਨਾਲੇ ਚੋਰੀ ਰਹਿਣ ਦੀ ਲੋੜ ਨਹੀਂ ਜੀ, ਵਿਆਹਾਂ ਦੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਜੀ, ਨਿਆਣੇ ਜਮਾਉਣ ਦੇ ਚੱਕਰਾਂ 'ਚ ਲੋੜ ਨਹੀਂ ਜੀ ਅਤੇ ਫਿਰ ਲੁਕਣ ਛੁਪਣ ਦੀ ਲੋੜ ਨਹੀਂ ਜੀ। ਓਪਰਚੁਨਿਟੀਜ਼ ਹੈਗੀਆਂ। ਇਹ ਸਾਰੀ ਓਪਰਚੁਨਿਟੀਜ਼ ਤਾਂ ਉੱਠਦੀਆਂ ਜੇ ਤੁਸੀਂ ਸਟੇਟਸ ਦੇ ਵਿੱਚ ਆ ਜਾਂ ਤੁਹਾਡਾ ਵੀਜ਼ਾ ਕੈਂਸਲ ਨਾ ਹੋਇਆ ਹੋਵੇ। ਅਨਫੋਰਚੂਨੇਟਲੀ ਜਿਹੜੇ ਸਟੂਡੈਂਟਾਂ ਦੇ ਵੀਜ਼ੇ ਕੈਂਸਲ ਹੋਏ ਹੋ ਆ ਜਾਂ ਜਿਹੜੇ ਨਹੀਂ ਗਏ ਇਹ ਉਹਨਾਂ ਦੀਆਂ ਸਲਾਹਾਂ ਮੰਨੇ ਜਿਹੜੇ ਖੁਦ ਕੱਚੇ ਸੀਗੇ ਜਾਂ ਖੁਦ ਇਸ ਤਰੀਕੇ ਦੇ ਥਰੂ ਗਏ ਹੋ ਸੀ। ਤਾਂ ਉਹਦੇ 'ਚੋਂ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਜੇ ਇੱਕ ਬੰਦਾ ਆਪ ਦੁਖੀ ਹੋਇਆ ਹੁੰਦਾ ਕੱਚਾ ਰਿਹਾ ਹੁੰਦਾ ਉਹ ਦੂਜੇ ਨੂੰ ਜਿਹੜੇ ਕੋਲ ਵੀਜ਼ਾ ਹੈਗਾ ਉਹਨੂੰ ਥੋੜ੍ਹੀ ਕਹਿੰਦਾ ਕਿ ਤੂੰ ਵੀ ਕੱਚਾ ਰਹਿ। ਉਹ ਤਾਂ ਫਿਰ ਬਿਲਕੁਲ ਗਲਤ ਸਲਾਹ ਹੋ ਗਈ ਆਪੋਜ਼ਿਟ ਹੋ ਗਈ ਦੱਸਣ ਨੂੰ। ਪਰ ਇੱਦਾਂ ਹੀ ਆਪਣੀ ਕਮਿਊਨਿਟੀ ਇੱਕ ਦੂਜੇ ਨੂੰ ਖਿੱਚਦੀ ਆ। ਸੋ ਇਹ ਖਾਸ ਤੌਰ 'ਤੇ ਪੰਜਾਬੀ ਕਮਿਊਨਿਟੀ 'ਚ ਪਾਕਿਸਤਾਨੀ ਕਮਿਊਨਿਟੀ 'ਚ ਮੈਂ ਦੇਖਦਾ ਕਿ ਇਹ ਚੀਜ਼ਾਂ ਹੁੰਦੀਆਂ। ਬਾਕੀ ਜਿਹੜੇ ਸਾਊਥ ਦੇ ਸਟੂਡੈਂਟ ਆ ਦਿੱਲੀ ਦੇ ਸਟੂਡੈਂਟਸ ਆ ਮੁੰਬਈ ਦੇ ਬੈਂਗਲੋਰ ਦੇ ਪੂਨੇ ਦੇ ਸਟੂਡੈਂਟਸ ਆ ਚੇਨਈ ਹੈਦਰਾਬਾਦ ਦੇ ਉਹ ਮੈਂ ਘੱਟ ਦੇਖੇ ਆ ਕਿ ਇੱਦਾਂ ਕਰਦੇ। ਉਹ ਕਾਫੀ ਪੜ੍ਹਦੇ ਵੀ ਆ ਫਾਇਦਾ ਉਠਾਉਂਦੇ ਆ ਚੀਜ਼ਾਂ ਦਾ ਤਾਂ ਆਪਣੀ ਸੈਟਿੰਗ ਸਹੀ ਤਰੀਕੇ ਨਾਲ ਕਰ ਲੈਂਦੇ ਆ। ਸੋ ਇਟਸ ਗੁੱਡ ਟੂ ਨੋ ਦੈਟ। ਸੋ ਆਪਾਂ ਸਾਰੇ ਇੰਡੀਅਨਸ ਨੂੰ ਇੱਕ ਬਰੈਕਟ ਵਿੱਚ ਨਹੀਂ ਪਾ ਸਕਦੇ। ਹਾਂ ਸੋ ਪੰਜਾਬ ਹਰਿਆਣਾ ਵਾਲੇ ਥੋੜ੍ਹੇ ਹੋਰ ਤਰ੍ਹਾਂ ਇਹੀ ਸੋਚ ਆਈ ਕਿ ਪਹੁੰਚ ਜਾਈਏ ਬਾਕੀ ਦੇਖੀ ਜਾਵਾਂਗੇ। ਐਕਚੁਅਲੀ ਮਿਸਗਾਈਡ ਹੋਣ ਨੂੰ ਬਹੁਤ ਤੇਜ਼ ਆ ਤਾਂ ਆਪਣੀ ਕਮਿਊਨਿਟੀ ਉਹਨਾਂ ਨੂੰ ਮਿਸਗਾਈਡ ਕਰਦੀ ਆ ਅਨਫੋਰਚੂਨੇਟਲੀ। ਅਤੇ ਆਪਣੀ ਕਮਿਊਨਿਟੀ ਉਹਨਾਂ ਦੇ ਪੈਰ ਪੱਟਦੀ ਆ ਅਤੇ ਆਪਣੀ ਕਮਿਊਨਿਟੀ ਕਿਹਾ ਤਾਂ ਸਹੀ ਤਰੀਕਾ ਸੌਖਾ ਆ ਆਹ ਤਰੀਕਾ ਸੌਖਾ ਆ ਜਦ ਦੇ ਵਰਕ ਪਰਮਿਟ ਸ਼ੁਰੂ ਹੋਇਆ ਜੀ ਆਹ 3 ਰਿਫਿਊਜ਼ਲ ਤਾਂ ਮੈਂ ਅੱਜ ਦੇਖੇ ਆ ਵਰਕ ਪਰਮਿਟਸ ਦੇ। ਨਹੀਂ ਤਾਂ ਲੋਕਾਂ ਨੇ ਨਹੀਂ ਜੀ ਇੱਕ ਵਾਰੀ ਲਾਇਸੈਂਸ ਨਿਕਲ ਗਿਆ ਪੱਕਾ ਹੀ ਆ। ਲਾਇਸੈਂਸ ਨਿਕਲਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਵਰਕ ਪਰਮਿਟ ਨਿਕਲ ਜੂਗਾ। ਬਹੁਤ 2 ਅਲੱਗ ਚੀਜ਼ਾਂ ਆ ਉਹਦੇ ਵਿੱਚ ਅਲੱਗ ਫੇਜ਼ ਆ। ਇਹ ਬੜੇ ਹਿਸਾਬ ਨਾਲ ਕਰਨਾ ਪੈਂਦਾ ਆ। ਸੋ ਉਹਦੇ ਵਿੱਚ ਮੈਂ ਦੇਖਿਆ ਕਿ ਲੋਟ ਆਫ ਪੀਪਲ ਉਹਨਾਂ 'ਤੇ ਇਹ ਇਲਜ਼ਾਮ ਲਾਇਆ ਗਿਆ ਕਿ ਇਹ ਜੋ ਨੌਕਰੀ ਆ ਇਹ ਜੋ ਪੋਜੀਸ਼ਨ ਆ ਬਣਾਈ ਗਈ ਤੁਹਾਡੇ ਲਈ ਤਾਂ ਸ਼ੈਮ ਆ ਅਤੇ ਨਾਲੇ ਇੰਪਲੋਇਰ ਦਾ ਵੀ ਰਿਕਾਰਡ ਖਰਾਬ ਹੁੰਦਾ ਜੀ ਨਾਲੇ ਜਿਹੜਾ ਬੱਚਾ ਅਪਲਾਈ ਕਰਦਾ ਉਹਦਾ ਵੀ ਹੁੰਦਾ ਰਿਕਾਰਡ। ਸੋ ਲੈਟਸ ਟਾਕ ਅਬਾਊਟ ਗ੍ਰੈਜੂਏਟ ਸਕੀਮ ਕੀ ਆ ਗ੍ਰੈਜੂਏਟ ਰੂਟ ਕੀ ਆ ਜੀ ਇਹਦੇ 'ਚ ਵਟ ਇਜ਼ ਇਜ਼ ਨੋਟ। ਬਹੁਤ ਚਿਰ ਪਹਿਲਾਂ ਜੀ ਇੱਕ ਸਕੀਮ ਹੁੰਦੀ ਸੀ ਜੋ ਬਾਕੀ ਮੁਲਕਾਂ ਵਿੱਚ ਵੀ ਹੈਗੀ ਆ ਜਿਹਨੂੰ ਆਪਾਂ ਸੱਦਦੇ ਸੀ ਪੋਸਟ ਸਟੱਡੀ ਵਰਕ ਵੀਜ਼ਾ ਜਾਂ PSW। ਪੋਸਟ ਸਟੱਡੀ ਵਰਕ ਕੀ ਹੁੰਦਾ ਜੀ
पोस्ट का मतलब हुंदा बाद, तो स्टडी का मतलब हुंदा पढ़ाई, तो वर्क तो तुहानूं पता ही आ, वो तो जो होर कोई लफ्ज़ पता नहीं अंग्रेजी वर्क का तो पता ही है, वो हुंदा कम। सो पोस्ट स्टडी वर्क का मतलब की होया? पोस्ट स्टडी वर्क का मतलब होया कि स्टडी तो बाद कम, लिटरली दैट्स व्हाट इट मीनस। सो वो वीज़ा हुंदा सी जी, वो की हुंदा सी, वो ये सी कि जे तुसीं इत्थे यूके दे विच डिग्री करदे सी जी, ते ਉਹ डिग्री तो बाद ये ਤੁਹਾਨੂੰ ਕੰਮ ਦਾ ਵੀਜ਼ਾ ਦਿੰਦੇ ਸੀ 2 ਸਾਲ ਦਾ ਐਜ਼ ਐਨ ਇਨਸੈਂਟਿਵ ਕਿ ਜੀ ਕਿ ਤੁਸੀਂ ਇੱਥੇ ਸਾਡੇ ਮੁਲਕ ਰਹੋ ਤੇ ਤੁਹਾਡੀ ਜਿਹੜੀ ਫੀਸ ਆ ਤੁਹਾਨੂੰ ਉਹ ਬਣ ਜਾਵੇ ਦੁਬਾਰਾ, ਤੇ ਤਾਂ ਕਿ ਤੁਸੀਂ ਇਹ ਨਾ ਸੋਚੋ ਕਿ ਯੂਕੇ ਨੇ ਤੁਹਾਡੇ ਤੋਂ ਪੈਸੇ ਲੈ ਕੇ ਬਾਅਦ 'ਚ ਤੁਹਾਨੂੰ ਲੱਤ ਮਾਰੀ। ਇਹ ਸਿਸਟਮ ਜੀ ਕਾਫੀ ਚਿਰ ਚੱਲਦੀ ਰਹੀ, ਫਿਰ ਇਹਨਾਂ ਨੇ ਬੰਦ ਕਰ ਦਿੱਤੀ ਸੀ ਜੀ। ਬੰਦ ਤਾਂ ਕੀਤੀ ਸੀ ਜੀ ਕਿਉਂਕਿ ਇਹ ਸਿਸਟਮ ਅਬਿਊਜ਼ ਹੋਈ ਸੀ ਜੀ। ਅਬਿਊਜ਼ ਦਾ ਮਤਲਬ ਕਿ ਇਹਦਾ ਗਲਤ ਪ੍ਰਯੋਗ ਕੀਤਾ ਗਿਆ ਸੀ। ਸੋ ਇਹਦਾ ਗਲਤ ਪ੍ਰਯੋਗ ਕੀਤਾ ਗਿਆ ਸੀ। ਸੋ ਉਹਦੇ ਵਿੱਚ ਕਿਉਂਕਿ ਲੋਕ ਕੁਛ ਝੂਠੀਆਂ ਡਿਗਰੀਆਂ ਡਿਪਲੋਮੇ ਵਗੈਰਾ ਦਿਖਾ ਕੇ ਕੋਸ਼ਿਸ਼ ਕਰਦੇ ਸੀ ਕਿ ਜੀ ਆਪਾਂ ਤਾਂ ਪੋਸਟ ਪੜ੍ਹਾਈ ਕਰ ਲਈ। ਸੋ ਇਹਨਾਂ ਨੇ ਸਕੀਮ ਹੀ ਬੰਦ ਕਰਤੀ। ਹੁਣ ਦੁਬਾਰਾ 1 ਜੁਲਾਈ ਨੂੰ ਕੱਲ੍ਹ ਫਿਰ ਖੁੱਲੀ ਹੈ ਜੀ ਸਕੀਮ। ਇਸ ਸਕੀਮ ਕਿਉਂ ਖੁੱਲੀ ਆ ਦੁਬਾਰਾ ਜੇ ਬੰਦ ਹੀ ਕਰ ਦਿੱਤੀ ਸੀ? ਇਹ ਸਕੀਮ ਤਾਂ ਖੁੱਲੀ ਹੈ ਜੀ ਕਿਉਂਕਿ ਜੋ ਇੱਥੇ ਸਟੂਡੈਂਟ ਆ ਰਹੇ ਸੀਗੇ ਉਹਨਾਂ ਦੀ ਗਿਣਤੀ ਬਹੁਤ ਘੱਟ ਆ ਰਹੀ ਸੀ, ਨੰਬਰਾਂ 'ਚ ਘੱਟ ਹੋ ਗਈ ਸੀ ਕਿਉਂਕਿ ਲੋਕ ਹੋਰ ਮੁਲਕਾਂ ਨੂੰ ਜਾਣ ਲੱਗ ਪਏ, ਆਸਟ੍ਰੇਲੀਆ ਕੈਨੇਡਾ ਵਰਗਿਆਂ ਨੂੰ, ਕਿਉਂਕਿ ਉਹ ਪੋਸਟ ਸਟੱਡੀ ਵਰਕ ਆਫਰ ਕਰਦੇ ਸੀ ਤੇ ਯੂਕੇ ਨਹੀਂ। ਯੂਕੇ ਵਿੱਚ ਸਟੂਡੈਂਟ ਲਈ ਰਹਿਣ ਦਾ ਤਰੀਕਾ ਬਹੁਤ ਘੱਟ ਹੋ ਰਿਹਾ ਸੀ ਤੇ ਬਹੁਤ ਮੁਸ਼ਕਿਲ ਹੋ ਰਿਹਾ ਸੀ, ਤਾਂ ਲੋਕਾਂ ਨੇ ਯੂਕੇ ਸਟੂਡੈਂਟ ਆਉਣਾ ਹੀ ਛੱਡ ਦਿੱਤਾ ਕਿਸ ਹੱਦ ਤੱਕ। ਸੋ ਇੱਥੇ ਯੂਨੀਅਨ ਨੂੰ ਥੋੜ੍ਹੀ ਜਿਹੀ ਪੈ ਗਈ ਬਿਫਤਾ। ਯੂਨੀਸ ਕਹਿੰਦੇ ਕਿ ਜੀ ਗਵਰਨਮੈਂਟ ਨੂੰ ਲੌਬੀ ਕੀਤਾ ਕਿ ਤੁਸੀਂ ਤਾਂ ਸਾਡੀ ਆਮਦਨੀ ਘਟਾਤੀ, ਬਾਹਰੋਂ ਸਟੂਡੈਂਟ ਨਹੀਂ ਆ ਰਿਹਾ, ਕਿਉਂਕਿ ਬਾਹਰੋਂ ਸਟੂਡੈਂਟ ਦੀ ਫੀਸ ਇਹ 15 16 ਹਜ਼ਾਰ ਪਾਉਂਡ ਲੈਂਦੇ ਸਾਲ ਦੀ। ਸੋ ਉਹ ਤਾਂ ਮੋਟਾ ਮਾਲ। ਹੁਣ ਜੇ ਇਹਨਾਂ ਨੇ 100 ਬੰਦਾ ਰੱਖਣਾ ਤੁਸੀਂ ਆਪੇ ਹੀ ਬਾਹਰੋਂ, ਤੇ ਬਾਹਰੋਂ 100 ਨਹੀਂ ਆਉਂਦਾ, ਹਜ਼ਾਰਾਂ ਦੀ ਗਿਣਤੀ 'ਚ ਆਉਂਦੀ ਹਰ ਯੂਨੀ 'ਚ, ਤੇ ਤੁਸੀਂ ਦੇਖੋ ਕਿ ਕਿੰਨੇ ਮਿਲੀਅਨਸ ਬਿਲੀਅਨਸ ਦਾ ਇਹਨਾਂ ਦਾ ਘਾਟਾ ਪੈ ਰਿਹਾ ਹਰ ਯੂਨੀ ਦਾ। ਸੋ ਗੌਰਮੈਂਟ ਨੇ ਫਾਈਨਲੀ ਸੁਣ ਕੇ ਕਿਹਾ ਕਿ ਠੀਕ ਹੈ ਆਪਾਂ ਫਿਰ ਲੈ ਕੇ ਆਉਂਦੇ ਹਾਂ ਇਹ ਸਕੀਮ, ਤੇ ਇਹਦੇ ਵਿੱਚ ਕੁਛ ਸ਼ਰਤਾਂ ਰੱਖਦੇ ਹਾਂ। ਸੋ ਉਹ ਸਕੀਮ ਕੱਲ੍ਹ ਖੁੱਲ੍ਹੀ ਹੈ ਜੀ। ਖੁੱਲ੍ਹੀ ਤਾਂ ਹੈ ਜੀ ਕਿ ਇਹ ਚਾਹੁੰਦੇ ਕਿ ਸਟੂਡੈਂਟ ਇੱਥੇ ਆਉਣ ਤਾਂ ਬਾਅਦ 'ਚ ਆਪਣਾ ਕੰਮ ਕੁਮ ਕਰਕੇ ਆਪਣੀ ਫੀਸ ਜੋਗੇ ਤਾਂ ਬਣਾਉਣ, ਤਾਂ ਕਿ ਯੂਕੇ ਅਟਰੈਕਟਿਵ ਪ੍ਰੋਪੋਜੀਸ਼ਨ ਦੁਬਾਰਾ ਲੱਗੇ। ਇਹਦੇ ਵਿੱਚ ਜੀ ਇਹਨਾਂ ਨੇ ਜੋ ਹੈਗਾ ਗ੍ਰੈਜੂਏਟ ਰੂਟ ਜੋ ਹੈਗਾ ਆ ਵੀਜ਼ਾ ਸ਼ੁਰੂ ਕੀਤਾ ਹੈ। ਉਹਦੇ ਵਿੱਚ ਇਹ ਹੈ ਜੀ ਕਿ ਜੇ ਤੁਸੀਂ ਐਜ਼ ਅ ਸਟੂਡੈਂਟ ਆਉਂਦੇ ਆ ਤਾਂ 12 ਮਹੀਨੇ ਤੋਂ ਜ਼ਿਆਦਾ ਪੜ੍ਹਦੇ ਆ ਤਾਂ ਤੁਸੀਂ ਬੈਚਲਰ ਡਿਗਰੀ, ਮਾਸਟਰ ਡਿਗਰੀ ਜਾਂ ਕੁਛ ਪੋਸਟ ਗ੍ਰੈਜੂਏਟ ਡਿਪਲੋਮਾ ਮਤਲਬ ਐਜੂਕੇਸ਼ਨ 'ਚ PGC ਜਿਹਨੂੰ ਸੱਦਦੇ ਆ ਉਹ ਕਰ ਲਓ, ਜਾਂ ਤੁਸੀਂ ਲੀਗਲ ਪ੍ਰੈਕਟਿਸ ਕੋਰਸ ਵਗੈਰਾ ਉਹ ਵੀ ਮੇਰਾ ਖਿਆਲ ਇਹਨਾਂ ਨੇ ਵਿੱਚ ਪਾਇਆ ਕਿ ਉਹ ਕਰ ਲਓ। ਤਾਂ ਉਹਦੇ ਵਿੱਚ ਜੀ ਤੁਹਾਨੂੰ ਇਹਨਾਂ ਨੇ ਉਸ ਤੋਂ ਬਾਅਦ ਕੰਪਲੀਟ ਕੀਤੇ ਤੋਂ ਬਾਅਦ ਤੁਹਾਨੂੰ ਇਹ ਵੀਜ਼ਾ ਦੋਗੇ ਗ੍ਰੈਜੂਏਟ ਰੂਟ ਵਿੱਚ ਤੁਸੀਂ ਐਲੀਜੀਬਲ ਟੂ ਅਪਲਾਈ ਹੈਗੇ ਆ। ਸੋ ਉਹ ਇਸ ਵਿੱਚ ਕੀ ਮਿਲਦਾ ਜੀ? 2 ਸਾਲ ਦਾ ਵੀਜ਼ਾ ਮਿਲਦਾ ਤੁਹਾਨੂੰ। 2 ਸਾਲ ਦੇ ਵੀਜ਼ੇ ਦੇ ਵਿੱਚ ਤੁਹਾਨੂੰ ਜੇ ਤੁਸੀਂ ਬੈਚਲਰ ਜਾਂ ਮਾਸਟਰਸ ਜਾਂ ਉਹ ਕਰਕੇ ਹਟੇ ਮਿਲਦਾ। ਜੇ ਤੁਸੀਂ PhD ਕਰਦੇ ਹੋ ਜੀ ਫਿਰ 3 ਸਾਲ ਦਾ ਮਿਲਦਾ। ਓਕੇ, ਸੋ ਇਹ ਦੈਟਸ what you can do। ਇਸ ਵੀਜ਼ੇ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਕੋਈ ਵੀ ਜੌਬ ਕਰ ਸਕਦੇ ਹੋ, ਤੁਸੀਂ ਸੈਲਫ ਇੰਪਲੋਇਡ ਵੀ ਬਣ ਸਕਦੇ ਹੋ, ਆਪਣੀ ਕੰਪਨੀ ਵਗੈਰਾ ਖੋਲ੍ਹ ਸਕਦੇ ਹੋ, ਤੁਸੀਂ ਆ ਜਾ ਸਕਦੇ ਹੋ। ਤੁਸੀਂ ਕੀ ਨਹੀਂ ਕਰ ਸਕਦੇ ਇਹਦੇ ਵਿੱਚ ਤੁਸੀਂ ਬੈਨੀਫਿਟ ਨਹੀਂ ਚੱਕ ਸਕਦੇ, ਤੁਸੀਂ ਪ੍ਰੋਫੈਸ਼ਨਲ ਸਪੋਰਟਸ ਪਰਸਨ ਨਹੀਂ ਬਣ ਸਕਦੇ, ਤੁਸੀਂ ਆਲਸੋ ਇਹਦੇ 'ਚ ਗਾਹਾਂ ਪੜ੍ਹ ਨਹੀਂ ਸਕਦੇ ਫੁੱਲ ਟਾਈਮ ਕੋਰਸ 'ਤੇ ਜਾਂ ਉਹ ਕੋਰਸ 'ਤੇ ਜਿਹਦੇ ਵਿੱਚ ਸਟੂਡੈਂਟ ਵੀਜ਼ਾ ਲਈ ਤੁਹਾਨੂੰ ਅਪਲਾਈ ਕਰਨਾ ਪੈਂਦਾ। ਸੋ ਜੇ ਤੁਸੀਂ ਕਹੋ ਕਿ ਮੈਂ ਜੀ PSW ਦੇ ਵਿੱਚ ਗ੍ਰੈਜੂਏਟ ਰੂਟ ਵਿੱਚ ਪੜ੍ਹਨਾ ਆ ਤਾਂ ਇਹ ਕਹੋਗੇ ਨੋ, ਇਹਦੇ ਵਿੱਚ ਨਹੀਂ, ਉਹਦੇ ਲਈ ਸਟੂਡੈਂਟ ਵੀਜ਼ਾ ਲਓ। ਸੋ ਦੈਟਸ ਇੰਪੋਰਟੈਂਟ। ਸੋ ਜਦੋਂ ਤੁਸੀਂ ਅਪਲਾਈ ਕਰਦੇ ਆ ਤਾਂ ਕਿਹੜਾ ਕੋਰਸ ਦੇਖਦੇ? ਯੂਕੇ ਬੈਚਲਰ ਡਿਗਰੀ ਹੋਵੇ ਜਾਂ ਯੂਕੇ ਮਾਸਟਰ ਡਿਗਰੀ ਹੋਵੇ ਜਾਂ ਯੂਕੇ PhD ਹੋਵੇ। ਜੇ ਤੁਹਾਡੇ ਕੋਲ ਤੁਸੀਂ ਲੀਗਲ ਪ੍ਰੈਕਟਿਸ ਕੋਰਸ ਕੀਤਾ ਜੋ ਵਕੀਲ ਕਰਦੇ ਉਹ ਵੀ ਸਵੀਕਾਰ ਆ, ਬਾਰ ਪ੍ਰੈਕਟਿਸ ਕੋਰਸ ਉਹ ਵੀ ਸਵੀਕਾਰ ਆ, ਫਾਊਂਡੇਸ਼ਨ ਪ੍ਰੋਗਰਾਮ ਇਨ ਮੈਡੀਸਨ ਔਰ ਡੈਂਟਿਸਟਰੀ ਉਹ ਵੀ ਚੱਲਦਾ ਹੈ ਜੀ, ਪੋਸਟ ਗ੍ਰੈਜੂਏਟ ਸਰਟੀਫਿਕੇਟ ਇਨ ਐਜੂਕੇਸ਼ਨ ਉਹ ਵੀ ਚੱਲਦਾ ਜੀ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਐਜੂਕੇਸ਼ਨ ਉਹ ਵੀ ਚੱਲਦਾ ਹੈ, ਜਿਹਨੂੰ PGCE ਅਤੇ PGDE ਸੱਦਦੇ ਆ, ਜਿਹੜਾ ਟੀਚਰਾਂ ਨੂੰ ਕਰਨਾ ਪੈਂਦਾ ਟੀਚਰ ਬਣਨ ਲਈ।
ਟੀਚਰ ਟ੍ਰੇਨਿੰਗ ਜਿਹਨੂੰ ਇੱਕ ਆਪਾਂ ਕਹਿ ਦਿੰਦੇ ਇੱਕ ਕਿਸਮ ਦੀ। ਸੋ ਉਹ ਵੀ ਸੋ ਘੱਟੋ ਘੱਟ ਤੁਸੀਂ 12 ਮਹੀਨੇ UK 'ਚ ਪੜ੍ਹੇ ਹੋ ਤਾਂ ਫਿਰ ਤੁਸੀਂ ਆਪਣੀ ਡਿਗਰੀ ਕਰਕੇ ਕੰਪਲੀਟ ਕਰਕੇ ਅਪਲਾਈ ਕਰ ਸਕਦੇ ਹੋ। ਰਾਈਟ, ਸੋ ਅਪਲਾਈ ਕਰਨ ਲਈ ਤੁਹਾਨੂੰ ਡਿਗਰੀ ਚਾਹੀਦੀ ਆ ਜਾਂ ਨਹੀਂ? ਡਿਗਰੀ ਅਫੀਸ਼ੀਅਲੀ ਤੁਹਾਡੇ ਹੱਥ 'ਚ ਨਹੀਂ ਚਾਹੀਦੀ, ਬਟ ਤੁਹਾਡੀ ਮਾਰਕਸ਼ੀਟ ਜਿਹੜੀ ਆ ਉਹ ਵੀ ਉਹਦੇ ਬੇਸ 'ਤੇ ਵੀ ਅਪਲਾਈ ਹੋ ਜਾਂਦਾ ਆ। ਸੋ ਜੇ ਤੁਹਾਡੇ ਕੋਲ ਰਿਜ਼ਲਟ ਆ ਗਏ ਤੁਹਾਡੇ ਯੂਨੀ ਤੋਂ ਕਹਿੰਦੇ ਜੀ ਤੁਸੀਂ ਪਾਸ ਹੋ ਗਏ ਆ, ਜਿੱਦਾਂ ਮੈਂ ਪਿਛਲੇ 2 ਦਿਨਾਂ ਤੋਂ ਦੇਖ ਰਿਹਾ ਕਿ ਜੀ ਕਈਆਂ ਕੋਲ ਡਿਗਰੀ ਨਹੀਂ ਆਈ ਕਿਉਂਕਿ ਡਿਗਰੀ ਗਾਹਾਂ ਨੂੰ ਮਿਲਣੀ ਗ੍ਰੈਜੂਏਸ਼ਨ ਨੂੰ, ਪਰ ਉਹਨਾਂ ਦੀ ਰਿਜ਼ਲਟ ਸ਼ੀਟ ਤੇ ਮਾਰਕਸ਼ੀਟ ਆ ਗਈ। ਸੋ ਉਹ ਇਜ਼ ਗੁੱਡ ਇਨਫ ਟੂ ਅਪਲਾਈ। ਇਹਦਾ ਕਿੱਦਾਂ ਅਪਲਾਈ ਹੋਣਾ? ਇਹਦਾ ਸਾਰਾ ਐਪਲੀਕੇਸ਼ਨ ਜੀ ਹੁੰਦਾ ਔਨਲਾਈਨ, ਥੋੜ੍ਹਾ ਜਿਹਾ ਟ੍ਰਿਕੀ ਹੈਗਾ। ਸੋ ਇਹਦੇ ਵਿੱਚ ਮੇਬੀ ਯੂ ਨੀਡ ਸਮ ਹੈਲਪ ਐਂਡ ਆਪਾਂ ਹੈਲਪ ਕਰਨ ਲਈ ਬੈਠੇ ਹੀ ਹਾਂ, ਤਾਂ ਹੀ ਤਾਂ ਆਪਾਂ 2 ਦਿਨ ਤੋਂ ਇੰਨੇ ਬਿਜ਼ੀ ਹਾਂ। ਇਹਦੀ ਫੀਸ ਹੋਣੀ ਹੈ ਜੀ, ਇਹਦੀ ਹੋਮ ਆਫਿਸ ਦੀ ਫੀਸ 700 ਪਾਉਂਡ ਹੈ ਜੀ, ਅਤੇ 2 ਸਾਲ ਦਾ ਵੀਜ਼ਾ ਹੈ ਜੀ, ਅਤੇ ਤੁਹਾਡੀ 1250 ਲਗਭਗ ਇਹਨਾਂ ਨੇ NHS ਦੀ ਲੈਣੀ ਹੈ। ਸੋ ਘੱਟੋ ਘੱਟ ਤੁਹਾਡਾ 2000 ਪਾਉਂਡ ਦਾ ਤਾਂ ਖਰਚਾ ਹੈਗਾ ਹੀ ਹੈ ਜੀ, ਜੋ ਹੈਗਾ। ਜੇ ਤੁਹਾਡੇ ਡਿਪੈਂਡੈਂਟ ਨਾਲ ਆਇਆ ਜੀ ਉਹ ਵੀ ਅਪਲਾਈ ਕਰ ਸਕਦਾ ਤੁਹਾਡੇ ਨਾਲ ਹੀ, ਤਾਂ ਉਹਦਾ 700 ਹੋਰ ਲੱਗਣਾ ਜੀ, ਐਂਡ ਆਲਸੋ ਉਹਦਾ 1250 ਹੋਰ ਲੱਗਣਾ। ਸੋ ਉਹ ਡਬਲ ਹੀ ਰੱਖ ਲਓ, ਪਰ ਡਿਪੈਂਡੈਂਟ ਜਿੱਦਾਂ ਰੱਖ ਲਓ। ਸੋ 2 ਵੱਧਦਾ ਜਾਂਦਾ ਬਾਈ ਡਿਪੈਂਡੈਂਟ। ਜੇ ਤੁਸੀਂ 3 ਜਣੇ ਆਏ ਫਿਰ ਤੁਹਾਡਾ 6 ਲੱਗਣਾ, 2 ਜਣੇ ਆਏ ਫਿਰ 4 ਲੱਗਣਾ, 1 ਜਣਾ ਆਇਆ 2 ਲੱਗਣਾ। ਸਮਝ ਗਏ ਨਾ ਉਸ ਚੀਜ਼ 'ਚ? ਸੋ ਆ ਹੈ ਜੀ ਇਹਦੇ ਵਿੱਚ ਜੀ ਡਾਕੂਮੈਂਟਸ ਜੋ ਹੈਗੇ ਉਹ ਵੀ ਮੰਗਦੇ ਆ। ਤੁਹਾਡਾ ਓਰੀਜਨਲ ਕੈਸ਼ ਲੈਟਰ ਤੁਹਾਡੇ ਕੋਲ ਹੋਣਾ ਚਾਹੀਦਾ ਜਿਹਦੇ ਬੁਨਿਆਦ 'ਤੇ ਤੁਸੀਂ UK ਆਏ ਸੀਗੇ। ਇਹਨਾਂ ਨੇ ਤੁਹਾਡੇ ਯੂਨੀ ਨਾਲ ਕ੍ਰਾਸ ਚੈਕਿੰਗ ਕਰਨੀ ਹੈ ਜੀ ਕਿ ਤੁਸੀਂ ਲੈਕਚਰ ਗਏ ਆ ਤਾਂ ਤੁਸੀਂ ਪਾਸ ਹੋਏ ਆ। ਸੋ ਉਹ ਚੀਜ਼ਾਂ ਇਹਨਾਂ ਨੇ ਲਾਜ਼ਮੀ ਕਰਨੀਆਂ। ਸੋ ਦੈਟਸ ਵਾਈ ਸਟੇਟਸ ਵਿੱਚ ਰਹਿਣਾ, ਲੈਕਚਰ ਜਾਣਾ, ਔਨਲਾਈਨ ਕਲਾਸਿਸ ਕਰਨਾ ਬਹੁਤ ਜ਼ਰੂਰੀ ਹੈ। ਇਟਸ ਰੀਅਲੀ ਇੰਪੋਰਟੈਂਟ। ਸੋ ਇਹਦੇ ਵਿੱਚ ਕੀ ਦਿੰਦੇ ਤੁਹਾਨੂੰ? ਇਹ ਕਾਰਡ ਨਹੀਂ ਦਿਓਗੇ ਤੁਹਾਨੂੰ, ਉਹ ਵੀਜ਼ਾ ਨਹੀਂ ਲੱਗਣਾ, ਨਾ ਪਾਸਪੋਰਟ 'ਚ ਲੱਗਦਾ। ਇਹਨਾਂ ਨੇ ਵੀਜ਼ਾ ਦੇਣਾ। ਵੀਜ਼ਾ ਔਨਲਾਈਨ ਹੋਊਗਾ, ਤੁਸੀਂ ਕਦੇ ਵੀ ਚੈੱਕ ਕਰ ਸਕਦੇ, ਤੁਹਾਡਾ ਇੰਪਲੋਇਰ ਵੀ ਚੈੱਕ ਕਰ ਸਕਦਾ, ਇਮੀਗ੍ਰੇਸ਼ਨ ਵੀ ਚੈੱਕ ਕਰ ਸਕਦੇ ਆ। ਸੋ ਉਹਦੇ ਤੁਹਾਡੇ ਫਿੰਗਰਪ੍ਰਿੰਟ, ਬਾਇਓਮੈਟ੍ਰਿਕ ਸਾਰੇ ਐਨਰੋਲ ਹੋ ਗਏ ਵੀਜ਼ੇ ਦੇ ਵਿੱਚ। ਸੋ ਦੈਟਸ ਵਾਟ ਦੇ ਆਰ ਗੋਨਾ ਡੂ। ਇਹ ਕਿੰਨੇ ਚਿਰ 'ਚ ਵੀਜ਼ਾ ਆਉਂਦਾ ਜੀ? 8 ਹਫ਼ਤਿਆਂ 'ਚ ਕਹਿੰਦੇ ਆਪਾਂ ਕਰ ਦਾਂਗੇ ਇਹ ਵੀਜ਼ਾ ਤੁਹਾਡਾ। ਸੋ ਦੈਟਸ ਜੋ ਹੈਗਾ ਆ ਗ੍ਰੈਜੂਏਟ ਰੂਟ ਆ। ਇਹਦੇ ਵਿੱਚ ਆਪਾਂ ਕੀ ਕਰ ਸਕਦੇ, ਮੈਂ ਤੁਹਾਨੂੰ ਉਹ ਦੱਸ ਦਿੱਤਾ ਕਿ ਆਪਾਂ ਕੀ ਸਕਦੇ ਹਾਂ। ਇਹ ਕਿੱਦਾਂ ਇਹਦੇ ਬੇਸ 'ਤੇ ਸੈਟਲਮੈਂਟ ਜਾਂ PR ਜਾਂ ਇੱਦਾਂ ਕੁਛ ਮਿਲਦੀ ਆ। ਇਹਦੇ ਵਿੱਚ PR ਨਹੀਂ ਮਿਲਦੀ ਜੀ, ਨਾ ਹੀ ਇਹ ਦੁਬਾਰਾ ਲੱਗਦਾ, ਇੱਕੋ ਵਾਰੀ ਲੱਗਦਾ ਹੈ, ਅਤੇ ਨਾ ਹੀ ਐਕਸਟੈਂਡ ਹੁੰਦਾ, ਬਟ ਸਵਿਚਿੰਗ ਹੋ ਸਕਦੀ ਹੈ ਇਹਦੇ 'ਚ। ਸੋ ਫਰਜ਼ ਕਰੋ ਇਹਦੇ 'ਚ ਕਿਹੜੀ ਕੈਟੇਗਰੀ ਸਵਿਚ ਕਰ ਸਕਦੇ ਹੋ। ਜੇ ਤੁਹਾਡਾ ਵਿਆਹ ਹੋ ਜਾਂਦਾ ਕਿਸੇ ਬ੍ਰਿਟਿਸ਼ ਲੜਕੀ ਨਾਲ, ਉਹਦੇ ਵਿੱਚ ਵੀ ਸਵਿਚ ਕਰ ਸਕਦੇ ਹੋ ਤੁਸੀਂ। ਪਹਿਲੀ ਗੱਲ ਤਾਂ ਆ ਯੂ ਕੈਨ ਸਵਿਚ ਟੂ ਸਕਿਲਡ ਵਰਕਰ ਟੀਅਰ 2। ਆਪਾਂ ਜੋ ਵਰਕ ਪਰਮਿਟ, ਜੇ ਕਿਸੇ ਕੋਲ ਸਪੋਂਸਰ ਲਾਇਸੈਂਸ ਹੈ ਤੁਹਾਨੂੰ ਰੱਖਣਾ ਚਾਹੁੰਦਾ, ਉਹਦੇ ਵਿੱਚ ਵੀ ਆਪਾਂ ਸਵਿਚ ਕਰ ਸਕਦੇ ਹਾਂ। ਇਨਫੈਕਟ ਗ੍ਰੈਜੂਏਟ ਰੂਟ ਦਾ ਵੀਜ਼ੇ ਦਾ ਮਤਲਬ ਹੀ ਇਹੀ ਹੋਣਾ ਚਾਹੀਦਾ ਕਿ ਤੁਸੀਂ ਇਹਦੇ 'ਚ ਸਵਿਚਿੰਗ ਕਰ ਲਓ ਅਤੇ ਤੁਸੀਂ ਉਹ ਚੀਜ਼ ਟਾਈਮ ਵਰਤੋ ਆਪਣਾ ਪੈਸੇ ਬਣਾਉਣ ਲਈ ਵੀ, ਪਰ ਐਂਪਲੋਇਰ ਲੱਭਣ ਲਈ। ਸੋ ਇਟਸ ਬਹੁਤ ਜ਼ਰੂਰੀ ਆ। ਸੋ ਜੇ ਤੁਸੀਂ ਗ੍ਰੈਜੂਏਟ ਰੂਟ ਲਵਾ ਲਿਆ, ਕਿਤੇ ਕੰਮ ਕਰ ਰਹੇ ਆ, ਤਾਂ ਬਹੁਤ ਜ਼ਰੂਰੀ ਕਿ ਤੁਸੀਂ ਆਪਣੇ ਇੰਪਲੋਇਰ ਨੂੰ ਕਹੋ ਕਿ ਸਪੋਂਸਰ ਲਾਇਸੈਂਸ ਲੈਣ। ਆਪਾਂ ਜਨਵਰੀ 'ਚ ਸ਼ੁਰੂ ਕੀਤੇ, ਕਾਫੀਆਂ ਦੇ ਸਪੋਂਸਰ ਲਾਇਸੈਂਸ ਲੈਣ, ਤਾਂ ਬਹੁਤਿਆਂ ਦੇ ਆ ਗਏ, ਤਾਂ ਆਪਾਂ ਕਰ ਰਹੇ ਹਾਂ ਨਾਲ ਦੀ ਨਾਲ। ਕੋਈ ਹਫ਼ਤਾ ਨਹੀਂ ਲੰਘਦਾ ਜੀ ਜਿੱਥੇ ਆਪਾਂ ਲਾਇਸੈਂਸ ਲਈ ਅਪਲਾਈ ਨਹੀਂ ਕਰਦੇ, ਤਾਂ ਕੋਈ ਹਫ਼ਤਾ ਨਹੀਂ ਲੰਘਦਾ ਜਿੱਥੇ ਲਾਇਸੈਂਸ ਆਉਂਦਾ ਨਹੀਂ। ਉਹ ਇੱਕ ਪਹਿਲਾ ਹਿੱਸਾ ਹੁੰਦਾ। ਦੂਜਾ ਹਿੱਸਾ ਹੁੰਦਾ ਜੋ ਸਭ ਤੋਂ ਹਾਰਡ ਹੁੰਦਾ, ਉਹ ਵੀਜ਼ਾ ਲਵਾਉਣਾ। ਸਾਰੇ ਸਕਿੱਲ ਤਾਂ ਉਹਦੇ 'ਚ ਹੀ ਲੱਗਦਾ, ਵਕੀਲ ਦਾ। ਸੋ ਉਹਦੇ ਵਿੱਚ ਲੋਕਾਂ ਨੇ ਲਾਇਸੈਂਸ ਲੈ ਲਏ ਤਾਂ ਸੋਚਿਆ ਤਾਂ ਵੀ ਠੀਕ ਹੀ ਆ, ਆਪਾਂ ਲਾਇਸੈਂਸ ਲੈ ਲਿਆ ਜਾਂ ਅਤੇ ਆ ਵੀ ਹੁਣ ਹੋ ਜਾਣਾ, ਤਾਂ ਉਹ ਦੂਏ ਵੀਜ਼ੇ ਲੱਗੇ ਨਹੀਂ, ਤਾਂ ਐਲੋਕੇਸ਼ਨ ਵੀ ਮੁੱਕ ਗਏ। ਸੋ ਉਹ ਬੜੇ ਹਿਸਾਬ ਨਾਲ ਲੱਗਦਾ ਜੀ। ਇਹਨਾਂ ਨੂੰ ਜਿਹਦਾ ਕੰਮ ਉਹਨੂੰ ਹੀ ਸਜਦਾ, ਜਿਸ ਕਾ ਕੰਮ ਉਸੀ ਕੋ ਸਾਜੇ ਔਰ ਕਰੇ ਤਾਂ ਠੇਂਗਾ ਬਾਜੇ, ਆਹ ਕਹਿੰਦੇ ਹੁੰਦੇ ਆ ਜੀ। ਸੋ ਇਹਦੇ ਵਿੱਚ ਜ਼ਰੂਰ ਆਪਾਂ ਕਿਸੇ ਤੋਂ ਸਕਿੱਲ ਵਾਲੇ ਤੋਂ ਲਵਾ ਲੈਣਾ ਜੀ। ਅੱਜ ਮੁੰਡਾ ਆਇਆ, ਕਹਿੰਦਾ ਮੈਂ ਕੰਸਲਟੈਂਟ ਹੋ ਗਿਆ, ਕਹਿੰਦਾ 15,000 ਪਾਉਂਡ ਲਿਆ ਅਤੇ ਸਾਰਾ ਕੰਮ ਖਰਾਬ ਕਰਤਾ, ਸਟੇਟਸ ਵੀ ਅੜਾਤੀ ਉਹਨਾਂ ਨੇ। ਅਤੇ ਕਹਿੰਦਾ ਨਹੀਂ, ਮੈਨੂੰ ਕਹਿੰਦਾ ਸੀ ਲਵਾ ਦੂੰਗਾ, ਕਹਿੰਦਾ ਕੰਮ ਸਾਡਾ ਸਾਰਾ ਖਰਾਬ ਹੋਇਆ, ਰਿਫਿਊਜ਼ਲ ਲੈਟਰ ਦਿਖਾ ਲਿਆ। ਸੋ ਇੱਦਾਂ ਦੇ ਵੀ ਹੁਣ ਲੋਕਾਂ ਨੇ ਸ਼ਿਕਾਰ ਬਣਨਾ, ਬਚ ਕੇ
ਜੇ ਇਹ ਚੀਜ਼ਾਂ 15,000 20,000 ਦੇ ਕੇ ਲੱਗਦੇ ਹੋਣ ਤਾਂ ਸਾਰਿਆਂ ਨੇ ਲਵਾ ਲੈਣੇ ਸੀ। ਲੋਕ ਇੱਥੇ ਕੱਚੇ ਨਾ ਫਿਰਦੇ। ਬਟ ਸੋ ਉਹ ਥੋੜ੍ਹਾ ਇੱਦਾਂ ਆਪਾਂ ਹਿਸਾਬ ਨਾਲ ਚੱਲੀਏ, ਇਹਦੇ 'ਚ ਥੋੜ੍ਹੀ ਸਲਾਹ ਲੈ ਕੇ ਵਧੀਆ ਰਹੋਗੇ। ਦਸ ਆਈ ਗ੍ਰੈਜੂਏਟ ਜੋ ਹੈਗੀ ਰੂਟ ਸ਼ੁਰੂ ਹੋ ਗਈ ਕੱਲ੍ਹ। ਸੋ ਇਫ ਯੂ ਗ੍ਰੈਜੂਏਟਿੰਗ, ਯੂ ਫੋਰਨ ਸਟੂਡੈਂਟ ਐਂਡ ਯੂ ਗ੍ਰੈਜੂਏਟਿੰਗ ਐਸ ਸਮਰ ਦੇ ਵਿੱਚ, ਜਾਂ ਤੁਸੀਂ ਆਲਰੇਡੀ ਤੁਹਾਡੀ ਮਾਰਕਸ਼ੀਟ ਤੁਹਾਨੂੰ ਮਿਲ ਗਈ ਆ ਤਾਂ ਤੁਹਾਡਾ ਵੀਜ਼ਾ ਹੈਗਾ ਫਰਜ਼ ਕਰੋ ਸਤੰਬਰ ਅਕਤੂਬਰ ਤੱਕ ਦਸੰਬਰ ਤੱਕ, ਦੈਨ ਫਿਰ ਤੁਸੀਂ ਆਪਣੀ ਤਿਆਰੀ ਕਰੋ ਕਿ ਤੁਸੀਂ ਗ੍ਰੈਜੂਏਟ ਸਕੀਮ ਦੇ ਵਿੱਚ ਅਪਲਾਈ ਕਰੋ। ਦੈਟਸ ਜੋ ਹੈਗਾ ਆ ਬਹੁਤ ਜ਼ਰੂਰੀ ਹੈਗਾ ਕਿ ਗ੍ਰੈਜੂਏਟ ਰੂਟ ਦੇ ਵਿੱਚ ਤੁਸੀਂ ਅਪਲਾਈ ਕਰੋ। ਜੇ ਕਿਸੇ ਨੂੰ ਹੈਲਪ ਚਾਹੀਦੀ ਆ ਅਪਲਾਈ ਕਰਨ 'ਚ, ਤੁਹਾਨੂੰ ਪਤਾ ਨਹੀਂ ਕਿ ਕਿੱਦਾਂ ਕਰਨੀ ਹੈ, ਉਸ ਕੰਮ ਲਈ ਆਪਾਂ ਬੈਠੇ ਹਾਂ ਜੀ। ਸੋ ਦਫ਼ਤਰ ਆਓ, ਕਰਵਾ ਦੂੰਗਾ, ਸਿੰਪਲ ਜੀ ਗੱਲ ਆ, ਆਪਾਂ ਕਰਵਾ ਦਈਦਾ ਆ। ਸੋ ਦੈਟਸ ਵਾਟ ਯੂ ਨੀਡ ਟੂ ਡੂ। ਸੋ ਹੋਪਫੁਲੀ ਤੁਹਾਨੂੰ ਕਲੀਅਰ ਹੋਊਗਾ ਜੀ ਹੁਣ ਕਿ ਕੀ ਇਹ ਗ੍ਰੈਜੂਏਟ ਰੂਟ ਹੈ ਜੀ, ਕੀ ਖੁੱਲ੍ਹੀ ਆ ਕੀ ਨਹੀਂ। ਹੋਰ ਵੀ ਇਹਦੇ ਕੁਛ ਜੋ ਹੈਗੇ ਆ ਡਿਟੇਲਸ ਹੈਗੇ ਆ, ਪਰ ਉਹ ਮੈਂ ਹੁਣ ਇੰਨਾ ਟਾਈਮ ਮੇਰੇ ਕੋਲ ਹੈ ਨਹੀਂ ਕਿ ਮੈਂ ਗਾਹਾਂ EU ਬਾਰੇ ਵੀ ਹੁਣ ਗੱਲ ਕਰਨੀ ਆ। ਸੋ ਉਹਦੇ ਵਿੱਚ ਇੰਨਾ ਟਾਈਮ ਹੈ ਨਹੀਂ ਕਿ ਆਪਾਂ ਤੁਹਾਨੂੰ ਦੱਸੀਏ ਕਿ ਜੀ ਕਿ ਕੀ ਆ ਕੀ ਨਹੀਂ। ਹਾਂ ਬਟ ਇਹ ਤੁਹਾਨੂੰ ਮੈਂ ਸਾਰਾ ਦੱਸਤਾ ਜਿੰਨੀ ਡਿਟੇਲ ਮੈਂ ਦੇ ਸਕਦਾ ਸੀ। ਸੋ ਦੈਟਸ ਇਜ਼ ਗੁੱਡ ਨਿਊਜ਼। ਗੁੱਡ ਨਿਊਜ਼ ਇਹ ਹੈ ਕਿ 2 ਸਾਲ ਦਾ ਫਰਜ਼ ਕਰੋ ਤੁਸੀਂ ਮਾਸਟਰਸ ਕਰਨ ਆਏ ਆ, ਤੁਹਾਡਾ ਹਸਬੈਂਡ ਨਾਲ ਆਇਆ, ਤੁਸੀਂ ਦੋਵੇਂ ਜਣੇ 1 ਸਾਲ ਪੜ੍ਹ ਕੇ ਤੁਹਾਨੂੰ 2-2 ਸਾਲ ਦੇ ਕੰਮ ਦੇ ਵੀਜ਼ੇ ਮਿਲ ਜਾਣੇ ਆ। ਹਸਬੈਂਡ ਨੂੰ ਤਾਂ ਵੈਸੇ ਹੀ ਕੰਮ ਦੀ ਪਰਮਿਸ਼ਨ ਆ ਮਾਸਟਰਸ ਦੇ ਵਿੱਚ, ਸੋ ਉਹ ਤਾਂ ਫੁੱਲ ਟਾਈਮ ਕੰਮ ਹੀ ਕਰ ਰਿਹਾ, ਤੁਸੀਂ ਪੜ੍ਹ ਰਹੇ ਆ, ਤਾਂ ਫਿਰ ਤੁਸੀਂ ਦੋਨੋਂ 2-2 ਸਾਲ ਕੰਮ ਕਰ ਸਕਦੇ ਆ। ਤਾਂ ਤੁਹਾਡੇ 'ਚੋਂ ਦੋਨਾਂ 'ਚੋਂ ਕੋਈ ਇੱਕ ਜਣਾ ਜੇ ਵਰਕ ਪਰਮਿਟ ਲੈ ਲਵੇ ਤਾਂ ਫਿਰ ਉਹਦੇ 'ਚ ਸਵਿਚਿੰਗ ਹੋ ਜਾਂਦੀ ਆ। ਸੋ ਇਟਸ ਅ ਗੁੱਡ ਓਪਰਚੁਨਿਟੀ। ਇਹਦੇ ਵਿੱਚ ਸੈਟਲਮੈਂਟ ਨਹੀਂ ਹੁੰਦੀ, ਨਾ ਇਹਦੇ 'ਤੇ ਕੋਈ ਟਾਈਮ ਬਤਾਇਆ ਸੈਟਲਮੈਂਟ 'ਤੇ ਲੀਡ ਕਰਦਾ ਆ। ਸੋ ਇਹਦੇ ਵਿੱਚ ਆਪਾਂ ਨੂੰ ਟੀਅਰ 2 'ਤੇ ਜਾਣਾ ਪੈਂਦਾ, ਟੀਅਰ 2 'ਤੇ 5 ਸਾਲ ਰਹਿਣਾ ਪੈਂਦਾ ਇੰਪਲੋਇਰ ਦੇ ਨਾਲ, ਤਾਂ ਉਸ ਤੋਂ ਬਾਅਦ PR ਮਿਲਦੀ ਆ। ਪਰ ਹਾਂ ਇਹ ਇੱਕ ਰੂਟ ਹੈਗਾ ਡੈਫੀਨੇਟਲੀ ਜੋ ਖੁੱਲ੍ਹਾ ਹੈਗਾ ਇਸ ਵੇਲੇ, ਤਾਂ ਇਹਦਾ ਫਾਇਦਾ ਵੀ ਬਹੁਤ ਲੋਕ ਉਠਾ ਰਹੇ ਆ। ਇਨਫੈਕਟ ਟੀਅਰ 2 ਦਾ ਵੀ ਬਹੁਤ ਫਾਇਦਾ ਲੋਕਾਂ ਨੇ ਉਠਾਇਆ, ਖਾਸ ਤੌਰ 'ਤੇ ਲੜਕੀਆਂ ਜੋ ਕੇਅਰ ਹੋਮਾਂ 'ਚ ਕੰਮ ਕਰਦੀਆਂ, ਉਹਨਾਂ ਨੂੰ ਬਹੁਤ ਬੈਨੀਫਿਟ ਹੋਇਆ ਇਸ ਚੀਜ਼ ਦਾ। ਸੋ ਉਹਨਾਂ ਨੇ ਵਿੱਚ ਪੜ੍ਹਾਈ ਦੇ ਵਿੱਚ ਆਲਰੇਡੀ ਉਹ ਕੇਅਰ ਹੋਮਾਂ 'ਚ ਕੰਮ ਕਰਦੇ ਸੀ, ਉਹਨਾਂ ਨੇ ਆਪਣੀ ਸਵਿਚਿੰਗ ਕਰਾ ਲਈ, ਵਰਕ ਪਰਮਿਟ ਲਵਾ ਲਏ। ਸੋ ਉਹ ਤਾਂ ਫਾਇਦੇ 'ਚ ਹੀ ਰਹਿ ਗਈਆਂ। ਹੁਣ ਆਪਣੀ ਮਰਜ਼ੀ ਨਾਲ ਜਾ ਕੇ ਵਿਆਹ ਕਰਾ ਕੇ ਲਿਆ ਸਕਦੇ ਆਪਣੇ ਪਾਰਟਨਰ। ਉਹ ਬੇਬੀ ਬਣਾਉਣ ਦੀ ਜ਼ਰੂਰਤ ਨਹੀਂ, ਬੇਬੀ ਮਸ਼ੀਨ ਬਣਨ ਦੀ ਲੋੜ ਨਹੀਂ। ਪਹਿਲਾਂ ਤਾਂ ਆਹੀ ਸੁੱਖ ਦਾ ਸਾਹ। ਇਹਦਾ ਜੈ ਬੋਲੋ ਜੀ। ਬਾਬਾ ਜੀ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਸਾਡੀ ਲੜਕੀਆਂ ਨੂੰ ਇੱਕ ਬੱਚੇ ਬਣਾਉਣ ਦੀ ਮਸ਼ੀਨ ਤੋਂ ਬਚਾ ਲਿਆ, ਇੱਕ ਰਾਹ ਦਿਖਾ ਦਿੱਤਾ ਹੈਂ। ਸਾਰੇ ਬੋਲੋ ਵਾਹਿਗੁਰੂ ਵਾਹਿਗੁਰੂ। ਰੱਬ ਦੇ ਸ਼ੁਕਰਾਨੇ ਆ ਕਿ ਰੂਟ ਬਣਾਤਾ, ਨਹੀਂ ਤਾਂ ਤੁਹਾਨੂੰ ਤਾਂ ਵਿਚਾਰੀਆਂ ਨੂੰ ਇੱਕੋ ਹੀ ਕੋਰਸ ਕਰਨ ਦਿੱਤਾ ਪੂਰਾ, ਉਹ ਤੁਹਾਨੂੰ ਪਤਾ ਹੀ ਹੈ ਕਿ ਕਿਹੜਾ ਹੁੰਦਾ। ਸੋ ਬਚ ਗਈਆਂ। ਹੁਣ ਜਿਹੜੀਆਂ ਬੈਠੀਆਂ, ਹੁਣ ਜਿਨ੍ਹਾਂ ਨੇ ਇਸ ਰਾਹ ਅਪਣਾਇਆ, ਉਹ ਤਾਂ ਹੁਣ ਕਹੂਗੇ ਨਹੀਂ ਭਾਈ ਦੇ ਕਿੱਦਾਂ ਹੀ ਗੱਲਾਂ ਕਰਦੇ, ਲੈ ਫਿਰ ਕੀ ਹੋਇਆ ਇੱਦਾਂ। ਪਰ ਐਕਚੁਅਲੀ ਅੰਦਰੋਂ ਤੁਹਾਨੂੰ ਪਤਾ ਹੈ ਕਿ ਮੇਰੀ ਗੱਲ ਸਹੀ ਆ, ਕਿਉਂਕਿ ਤੁਹਾਡੇ ਜੋ ਅਰਮਾਨ ਸੀ ਵਗੈਰਾ ਉਹ ਰੋਟੀਆਂ ਤਾਂ ਨਾਪੀਆਂ 'ਚ ਰੁਲ ਗਏ। ਸੋ ਹੈ ਨਾ, ਇਹ ਤਾਂ ਹੈ ਨਹੀਂ ਕਿ ਤੁਹਾਡੇ ਮਾਪੇ ਨੇ ਤੁਹਾਨੂੰ ਪੜ੍ਹਾਇਆ ਲਿਖਾਇਆ ਕੋਈ ਮਾਸਟਰਸ ਤੱਕ। ਹੁਣ ਤੁਸੀਂ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੀ ਆ, ਗਾਹਾਂ ਨਿਆਣਿਆਂ ਨੂੰ। ਇਹਨਾਂ ਨੂੰ ਤਾਂ ਨਹੀਂ ਪੜ੍ਹਾਉਣਾ ਕਿ ਤੁਸੀਂ 10ਵੀਂ ਦੇ ਪੱਲੇ ਪਾ ਦਿਓ ਤਾਂ ਉਹਨੂੰ ਕਹਿ ਕੇ ਬੇਬੀ ਕਰ ਦੂੰ, ਘਰ ਬੈਠ। ਕੋਈ ਬੜਾ ਅਕਲਮੰਦ ਮਾਪੇ ਤਾਂ ਇਹ ਕਹਿੰਦਾ ਨਹੀਂ, ਪਰ ਅਨਫੋਰਚੁਨੇਟਲੀ ਤੁਹਾਡੀ ਲਾਈਫ ਇਹ ਚੀਜ਼ 'ਚ ਰੁਲ ਗਈ, ਕਿਉਂਕਿ ਪਲੈਨਿੰਗ ਤੋਂ ਪਾਵਰ ਤਾਂ ਐਕਚੁਅਲੀ ਤੁਹਾਡੇ ਹੱਥ 'ਚ ਸੀਗਾ, ਵੀਜ਼ੇ ਤੁਹਾਡੇ ਹੱਥ 'ਚ ਸੀਗੇ। ਤੁਹਾਨੂੰ ਡਿਕਟੇਟ ਕਰਨਾ ਚਾਹੀਦਾ ਸੀ ਕਿ ਜੀ ਆਹ ਸ਼ਰਤਾਂ ਆ ਸਾਡੀ ਜ਼ਿੰਦਗੀ ਦੀਆਂ। ਕੀ ਕਰੀਏ, ਸਾਡਾ ਸਮਾਜ ਨੇ ਤੁਹਾਨੂੰ ਗੇਵ ਯੂ ਸ਼ੋ ਸਟਰੋ। ਬਾਕੀ ਕੁਛ ਜੋ ਤੁਸੀਂ ਬ੍ਰੇਕ ਕਰਨਾ ਹੁੰਦਾ ਨਾ ਸਮਾਜ ਦਾ ਚੱਕਰ, ਤਾਂ ਉਹਦੇ ਲਈ ਹਿੰਮਤ ਚਾਹੀਦੀ ਆ, ਤਾਂ ਉਹਦੇ ਲਈ ਸੱਚਾਈ ਦਾ ਸਾਥ ਵੀ ਫੜਨਾ ਪੈਂਦਾ ਤੁਹਾਨੂੰ। ਸੋ ਜੇ ਆਪਾਂ ਝੂਠ ਨੂੰ ਹੀ ਅਪਣਾਉਣਾ ਤਾਂ ਫਿਰ ਤਾਂ ਉਹ ਸਰਕਲ ਝੂਠ ਦੀ ਚੱਲੀ ਜਾਂਦੀ ਹੈ। ਪਰ ਜੇ ਆਪਾਂ ਥੋੜ੍ਹਾ ਜਿਹਾ ਸਰਕਲ ਬ੍ਰੇਕ ਕਰਨੀ ਆ, ਉਹਦੇ ਲਈ ਹਿੰਮਤ ਚਾਹੀਦੀ ਆ, ਉਹਦੇ ਲਈ ਕਰੇਜ ਚਾਹੀਦੀ ਹੈ। ਯੂ ਹੈਵ ਟੂ ਡੂ ਦ ਥਿੰਗਸ ਦੈਟ ਨੋਬਡੀ ਐਲਸ ਇਜ਼ ਵਿਲਿੰਗ ਟੂ ਡੂ ਔਰ ਡਨ। ਸੋ ਦੈਟਸ ਹਾਊ ਦ ਸਰਕਲ ਇਜ਼ ਬ੍ਰੋਕਨ। ਪਰ ਮੈਂ ਇੰਨਾ ਗਲੈਡ ਆ ਹੁਣ ਕਿ ਹੁਣ ਸਾਡੀ ਬੱਚੀਆਂ ਤਾਂ ਭੈਣਾਂ ਨੂੰ ਆਹ ਰੂਟ ਅਪਣਾਉਣਾ ਨਹੀਂ ਪੈਣਾ, ਉਹ ਬੇਬੀਆਂ ਵਾਲਾ, ਅਤੇ ਉਹਨਾਂ ਲਈ ਕੋਈ ਫਿਊਚਰ ਹੈਗਾ ਆ। ਤਾਂ ਲੱਗ ਵੀ ਜ਼ਿਆਦਾ ਵਰਕ ਪਰਮਿਟ
ਉਹਨਾਂ ਦੇ ਹੀ ਰਹੇ। ਪੜ੍ਹਾਈ ਵੀ ਜ਼ਿਆਦਾ ਸਾਡੇ ਪੰਜਾਬ ਤੋਂ ਜਿਹੜੀ ਲੜਕੀਆਂ ਹੀ ਜ਼ਿਆਦਾ ਕੰਪਲੀਟ ਕਰਦੀਆਂ ਐਜ਼ ਅਪੋਜ਼ ਟੂ ਜੋ ਲੜਕੇ ਹੈਗੇ ਆ। ਸੋ ਇਟਸ ਗੁੱਡ ਟੂ ਸੀ ਦੈਟ। ਸਲੋਲੀ ਚੇਂਜ ਆਊਗਾ, ਹੋਪਫੁਲੀ ਸਾਡੇ ਮਰਨ ਤੋਂ ਪਹਿਲਾਂ ਆ ਜਾਵੇ ਤਾਂ ਆਪਾਂ ਦੇਖ ਜਾਈਏ ਤਾਂ ਵਧੀਆ ਹੋਊਗਾ। ਪਰ ਜੇ ਨਹੀਂ, ਮਰਨ ਤੋਂ ਬਾਅਦ ਵੀ ਹੋ ਜਾਵੇ, ਚੇਂਜ ਆਵੇ। ਦੈਟਸ ਦ ਮੇਨ ਥਿੰਗ। ਸੋਚਣੀ 'ਚ ਚੇਂਜ ਆਵੇ। ਸਭ ਤੋਂ ਹਾਰਡੈਸਟ ਚੀਜ਼ ਹੈਗੀ ਆ ਜੀ ਚੇਂਜ ਕਰਨੀ ਦੁਨੀਆ 'ਚ, ਕਮਿਊਨਿਟੀ ਦਾ ਮਾਈਂਡ ਸੈੱਟ। ਸੋ ਇੱਕ ਕਮਿਊਨਿਟੀ ਦੀ ਜੋ ਰੀਤ ਆ ਚੱਲਦੀ ਆ ਰਹੀ, ਜੋ ਸੋਚ ਆ ਚੱਲਦੀ ਆ ਰਹੀ, ਉਹਨੂੰ ਬਦਲਣਾ ਸਭ ਤੋਂ ਹਾਰਡੈਸਟ ਚੀਜ਼ ਆ। ਇੱਕ ਟੱਬਰ ਦੀ ਸੋਚ, ਇੱਕ ਕਮਿਊਨਿਟੀ ਦੀ ਸੋਚ, ਇੱਕ ਭਾਈਚਾਰੇ ਦੀ ਸੋਚ, ਜਿੱਥੇ ਉਹ ਸਮਝਣ ਉਹ ਸਹੀ ਆ ਤਾਂ ਤੁਸੀਂ ਗਲਤ ਆ। ਔਰ ਸਾਡੀ ਇਹੀ ਕੋਸ਼ਿਸ਼ ਰਹੀ ਆ ਕਿ ਆਪਾਂ ਤੁਹਾਨੂੰ ਸੋਚ 'ਚੋਂ ਦੱਸਿਆ। ਜਿਹੜੀ ਡੋਂਕੀਆਂ ਲਾਉਣ ਵਾਲੀ ਰੀਤ ਆ ਉਹਦੇ 'ਚੋਂ, ਓਵਰਸਟੇ ਵਾਲੀ ਰੀਤ ਆ ਉਹਦੇ 'ਚੋਂ, ਜਾਂ ਜਿਹੜਾ ਇਹ 2 ਨੰਬਰ ਦੇ ਵਿਆਹ ਕਰਨੇ ਆ ਉਹਦੇ 'ਚੋਂ, ਜਿਹੜੇ ਛੋਟੇ ਛੋਟੇ ਬੇਬੀ ਕਰਨੇ ਆ, ਵੀਜ਼ਾ ਬੇਬੀਜ਼ ਆਪਾਂ ਜਿਹਨੂੰ ਛੋਟੇ ਛੋਟੇ ਵੀਜ਼ੇ ਅਤੇ ਉਹ ਕਰਨੇ ਆ ਵਿਚਾਰੇ, ਪੈਦਾ ਕਰਨੇ ਆ ਸਿਰਫ ਵੀਜ਼ੇ ਲਈ। ਉੱਦਾਂ ਭਾਵੇਂ ਕਹੀਏ ਨਹੀਂ ਨਹੀਂ, ਉੱਦਾਂ ਤਾਂ ਬੱਚਿਆਂ ਨਾਲ ਤਾਂ ਸਾਰੇ ਪਿਆਰ ਕਰਦੇ ਆ, ਪਰ ਉਹ ਬੱਚੇ ਦਾ ਪੈਦਾਇਸ਼ ਦਾ ਮਤਲਬ ਕੀ ਸੀ, ਮੋਟਿਵ ਕੀ ਸੀ, ਉਹ ਤੁਸੀਂ ਅੱਛੀ ਤਰ੍ਹਾਂ ਜਾਣਦੇ ਆ। ਸੋ ਇਹ ਚੀਜ਼ਾਂ ਜੀ ਜੋ ਹੈਗਾ ਆ, ਇਹ ਚੇਂਜ ਕਰਨ ਲਈ ਬਹੁਤ ਟਾਈਮ ਲੱਗਦਾ, ਬਟ ਹੋਪ ਇਜ਼ ਗੁੱਡ। ਸਲੋਲੀ ਹੌਲੀ ਹੌਲੀ ਲੋਕ ਸਮਝ ਰਹੇ ਆ ਗੱਲ ਨੂੰ ਕਿ ਆਪਾਂ ਇਮੀਗ੍ਰੇਸ਼ਨ ਵਿੱਚ ਕਿੱਦਾਂ ਕਰਨਾ। ਔਰ ਇਹੀ ਹੈ ਪ੍ਰੋਗਰਾਮ ਦਾ ਫਾਇਦਾ ਆ, ਤਾਂ ਕਿ ਜਿਹੜੇ ਅਗਲੀ ਪੀੜ੍ਹੀਆਂ ਵੀ ਆ ਉਹ ਦੇਖ ਸਕਣ ਕਿ ਪੁਰਾਣੀ ਪੀੜ੍ਹੀਆਂ ਕੀ ਇਹਦੀ ਮੁਸੀਬਤਾਂ 'ਚੋਂ ਚੱਲ ਗਈਆਂ, ਤਾਂ ਆਪਾਂ ਉਹ ਜੋ ਹੈਗੇ ਮਿਸਟੇਕ ਦੁਹਰਾਈਏ ਨਾ, ਤਾਂ ਆਪਾਂ ਦੁਖੀ ਨਾ ਹੋਈਏ ਗਾਹਾਂ ਜਾ ਕੇ ਬਿਲਕੁਲ ਉਹੀ ਮਿਸਟੇਕ ਕਰਕੇ। ਕਿਸੇ ਦੀ ਗਲਤੀ ਦੇਖ ਕੇ ਸਾਨੂੰ ਸਿੱਖ ਲੈਣਾ ਚਾਹੀਦਾ। ਅਕਲਮੰਦ ਬੰਦੇ ਇਹੀ ਕਰਦੇ ਆ, ਆਪਣੀ ਗਲਤੀ ਤੋਂ ਸਾਰੇ ਹੀ ਸਿੱਖਦੇ ਆ। ਹੁਣ ਮੈਂ ਆਪਣੇ ਹੱਥ 'ਤੇ ਥੋੜਾ ਮਾਰਾਂ ਹੈ ਨਾ, ਮੈਂ ਤਾਂ ਸਿੱਖ ਹੀ ਲੈਣਾ ਕਿ ਗਾਹਾਂ ਨੂੰ ਮਾਰਨਾ ਨਹੀਂ। ਪਰ ਜੇ ਮੇਰੇ ਨਾਲ ਦਾ ਆਪਣੇ ਹੱਥ 'ਤੇ ਥੋੜਾ ਮਾਰੇ ਤਾਂ ਮੈਂ ਉਹਦੇ ਵੱਲ ਦੇਖਾਂ, ਯਾਰ ਇਹਨੂੰ ਤਾਂ ਬੜਾ ਦੁੱਖ ਲੱਗਾ, ਆਪਾਂ ਨਾ ਮਾਰੀਏ, ਮੇਰਾ ਬਚਾਅ ਹੋ ਜਾਣਾ, ਬਿਨਾਂ ਖੁਦ ਉਹ ਸਬਕ ਸਿੱਖੇ। ਸਭ ਤੋਂ ਅਕਲਮੰਦ ਬੰਦਾ ਆਇਆ ਜੀ ਇਹਦੇ 'ਚ, ਉਹ ਦੂਜਿਆਂ ਦੀ ਗਲਤੀਆਂ ਤੋਂ ਸਿੱਖਦਾ ਅਤੇ ਗਲਤ ਬੰਦਿਆਂ ਤੋਂ ਦੂਰ ਹੀ ਰਹਿੰਦਾ। ਕਿਉਂ ਜਿਹੜੇ ਗਲਤ ਬੰਦੇ ਆ ਜੀ, ਇਹ ਤੁਹਾਨੂੰ ਥੱਲੇ ਖਿੱਚਦੇ ਆ ਅਤੇ ਆਲਸੋ ਤੁਹਾਨੂੰ ਸਲਾਹਾਂ ਵੀ ਪੁੱਠੀਆਂ ਦਿੰਦੇ ਆ। ਇਹ ਖੁਦ ਫਸੇ ਹੁੰਦੇ, ਇਹ ਨਹੀਂ ਚਾਹੁੰਦੇ ਕਿ ਤੁਸੀਂ ਕਿਤੇ ਤਰੱਕੀ ਕਰੋ ਜਾਂ ਹੋਵੇ। ਬਾਕੀ ਜਿੰਨੇ ਕਿਸੇ ਦੀ ਸੋਚ ਹੁੰਦੀ, ਅਗਲਾ ਉਨਾ ਕੀ ਸਲਾਹ ਦਿੰਦਾ ਤੁਹਾਨੂੰ ਕਹਾਂ। ਸੋ ਇਸ ਹਿਸਾਬ ਨਾਲ ਆਪਾਂ ਨੂੰ ਬਚਣਾ ਚਾਹੀਦਾ। ਇਹੀ ਚੀਜ਼ ਸਾਨੂੰ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ, ਕਹਿਣੀ ਚਾਹੀਦੀ ਨਹੀਂ। ਨਹੀਂ ਤਾਂ ਬੱਚਿਆਂ ਨੇ ਜੋ ਆਪਾਂ ਕੀਤਾ ਆ, ਆਪਾਂ ਕਿਹਾ ਆ, ਉਹੀ ਕਰਨਾ, ਕਿਉਂਕਿ ਤੁਸੀਂ ਉਹਨਾਂ ਦੇ ਰੋਲ ਮਾਡਲ ਹੋ। ਜਸਟ ਗੋਇੰ ਟੂ ਡੂ ਦ ਸੇਮ। ਐਂਡ ਤੁਸੀਂ ਚਾਹੁੰਦੇ ਆ ਕਿ ਜੋ ਆਪਾਂ ਲਾਈਫ ਜਾਂ ਤੁਸੀਂ ਲਾਈਫ ਗੁਜ਼ਰ ਰਹੇ ਆ ਕਿ ਸਾਡੇ ਬੱਚੇ ਵੀ ਜੀਣ। ਆਪਾਂ ਤਾਂ ਇਹ ਚਾਹੁੰਦੇ ਕਿ ਸਾਡੇ ਨਾਲ ਵੱਧ ਕੇ ਹੋਣ। ਸੋ ਆਪਾਂ ਇਹ ਚੀਜ਼ਾਂ ਨੂੰ ਦੇਖੀਏ ਤਾਂ ਸੋਚੀਏ। ਆਹ ਤਾਂ ਹੋ ਗਿਆ ਸੀ ਗ੍ਰੈਜੂਏਟ ਰੂਟ ਜੀ। ਹੁਣ ਇਸ ਤੋਂ ਬਾਅਦ ਆਏਗਾ ਜੀ ਕਿ ਜੀ EU ਸਿਟੀਜ਼ਨ ਸਾਡੇ ਜੋ ਹੈਗੇ ਯੂਰਪ ਵਾਲੇ, ਕਿ 30 ਤੋਂ ਬਾਅਦ ਉਹਨਾਂ ਦਾ ਕਿਆ ਹੋਊਗਾ। ਸੋ ਉਹ ਆ ਜਾਂਦਾ ਨਾ, ਤੇਰਾ ਕਿਆ ਹੋਊਗਾ ਕਾਲੀਆ, ਅਬ ਤੇਰਾ ਕਿਆ ਹੋਊਗਾ ਯੂਰਪ ਵਾਲਿਆ। ਆਪਾਂ ਇਹ ਹੁਣ ਗੱਲ ਸਾਰੀ ਤੁਹਾਨੂੰ ਦੱਸਾਂਗੇ ਜੀ ਕਿ ਯੂਰਪ ਵਾਲਿਆਂ ਨਾਲ ਕੀ ਹੋਊਗਾ। ਹਾਂਜੀ, 30 ਜੂਨ ਤੋਂ ਬਾਅਦ ਜੋ ਡੈਡਲਾਈਨ ਨਿਕਲ ਗਈ ਆ, ਅਤੇ ਉਹਨਾਂ ਦੇ ਕੀ ਰੂਲਸ ਆ, ਕੀ ਨਿਯਮ ਆ, ਗਾਹਾਂ ਇੱਥੇ ਕੀ ਹੱਕ ਆ, ਸਾਰੀਆਂ ਗੱਲਾਂ ਕਰਾਂਗੇ ਆਪਾਂ ਬ੍ਰੇਕ ਤੋਂ ਬਾਅਦ। I've been using the WW app for a few months and I'm £20 lighter already. Let me show you how. It's pretty simple. 0 points, that. Breakfast, the most important meal of the day. Until you've had breakfast, then it's lunch. Just sneaking in some activity points while I wait. Whew, that should do it. With WW, I can enjoy the food I want when I want. Your phone is right there. Why haven't you joined yet? Oh, because you're waiting for this commercial to end. I get it. WW Weight Watchers Reimagined. Try us out for free. Go to www.com today. It's for her. It's for him. Let's go. It's for them. If you aren't around. Life insurance from Legal & General starts from just £6 a month and could help support your loved ones financially if the worst happens to you. You'll also receive a £100 gift card after you take out cover. Life insurance. It's for them. Get your quote today.
I am able to play, to take part, To be confident. to be independent. To be happy. Owen Mitchell Solicitors understand the impact of personal injury and will help you receive the best possible medical care, rehabilitation and support, so you are able to get the most out of life. Owen Mitchell, the expert hand with the human touch. When heartburn or indigestion hits, take Gaviscon's Double Action Dual Layer Tablet. It works fast and it's longer lasting than antacids. Bat heartburn and indigestion away with Gaviscon Double Action. Our pets help us feel better, happier. Let's do the same for them with Frontline Plus, the UK's best-selling flea and tick protection for our best friends. At Middleton's, we present our Discovery scooter. Let's take a closer look. Available in copper, red or purple. Easily fold and unfold using the remote control, or the buttons on the rear of the scooter itself. Folding within 20 seconds. And weighing in at only 20 kilograms, this compact scooter adjusts to fit inside most car boots. Middleton's. Live life without limits. New Dettol True Clean, made with a plant-based active ingredient, kills 99.9% of bacteria and viruses, including COVID-19 virus. Dettol Power, now plant-based. The more you learn in the Babbel way, the sooner you'll speak in your own. The more you practice the right conversations, the more you'll remember when they become real. Our experts will teach you languages effectively, so you can speak them beautifully. Babbel. Get the app now or go to uk.babbel.com. This mother rhino would do anything to protect her baby. But when poachers come armed with guns and chainsaws, how can she protect herself? Please adopt a rhino with WWF for just £3 a month. Call 0800 035 7660 or search WWF Adopt a Rhino. We'll send you this adoption pack with a cuddly toy. 3 rhinos are killed every day. We need your help to keep them safe. Got the big summer feels? Then check out the EE Summer Sale with its big summer deals. Like a gigantic 160 gig for £20 per month on a 5G ready SIM. So go large with the UK's best network. Get a massive 160 gig for £20 before the 6th of July and make the most of a summer like no other. ਸਵਾਗਤ ਹੈ ਜੀ ਵੈਲਕਮ ਬੈਕ ਟੂ ਦ ਸ਼ੋ ਤੁਸੀਂ ਦੇਖ ਰਹੇ ਆ ਤੇ ਉਧਰੋਂ ਫੁੱਟਬਾਲ ਚੱਲ ਰਿਹਾ 8 ਵਜੇ ਵੀ ਮੈਚ ਆਉਣਾ ਜੀ ਬੈਲਜੀਅਮ ਇਟਲੀ ਦਾ ਤੇ ਯੂਰੋਪੀਅਨ ਚੈਂਪੀਅਨਸ਼ਿਪਸ ਚੱਲ ਰਹੀਆਂ ਹੈਗੀਆਂ ਹੁਣ ਸਵਿਟਜ਼ਰਲੈਂਡ ਸਪੇਨ ਦਾ ਮੈਚ ਜੋ ਹੈਗਾ ਚੱਲ ਰਿਹਾ ਤੇ ਉਹ ਵੀ ਫਸਿਆ ਆ 1-1 ਤੇ ਦੇਖੋ ਯੂਰੋਪੀਅਨ ਚੈਂਪੀਅਨਸ ਜੋ ਹੋ ਰਹੇ ਆ ਚੈਂਪੀਅਨਸ਼ਿਪ ਹੋ ਰਹੀਆਂ ਤੇ ਇੱਥੇ ਵੀ ਆਪਾਂ ਬ੍ਰੈਗਜ਼ਿਟ ਕਰਕੇ EU ਚੋਂ ਬਾਹਰ ਨਿਕਲ ਚੁੱਕੇ ਹਾਂ ਐਂਡ ਐਜ਼ ਅ ਰਿਜ਼ਲਟ ਆਫ ਦੈਟ ਜੋ ਇੱਥੇ ਯੂਰਪ ਵਾਲੇ ਰਹਿ ਰਹੇ ਆ ਉਹਨਾਂ ਦੀ ਕਾਫੀ ਕੌਨਸੀਕੁਐਂਸਿਸ ਹੈਗੀਆਂ ਉਹਨਾਂ ਦੀ ਕਾਫੀ ਨਵੇਂ ਨਿਯਮ ਅਤੇ ਨਵੇਂ ਰੂਲ ਜੋ ਹੈਗੇ ਆ ਉਹ ਆਏ ਆ ਤਾਂ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਕਿਉਂਕਿ ਮੈਨੂੰ ਪਤਾ ਯੂਰਪ ਵਾਲੇ ਆਪਣਾ ਸ਼ੋਅ ਬਹੁਤ ਦੇਖਦੇ ਆ ਬਹੁਤ ਗਿਣਤੀਆਂ 'ਚ ਸੋ a lot of people from Europe watch my show and even Europe 'ਚ ਬੈਠੇ ਬੈਠੇ ਵੀ ਦੇਖਦੇ ਆ ਸੋ ਉੱਥੋਂ ਹੀ ਦੇਖਦੇ ਦੇਖਦੇ ਆ ਗਏ ਅਤੇ ਕਹਿੰਦੇ ਹੁੰਦੇ ਭਾਈ ਆਪਾਂ ਤੁਹਾਨੂੰ ਦੇਖਦੇ ਸੀ ਕਿ ਜੋ ਤੁਸੀਂ ਕਿਹਾ ਸੀ ਨਾ ਕਿ ਜੇ ਯੂਰਪ ਵਾਲਿਆਂ ਨੇ ਆਉਣਾ ਜੋ ਤਾਂ ਆਪਾਂ ਤੁਰੇ ਆਏ ਝੋਲਾ ਚੱਕ ਕੇ ਸੋ ਵੈਰੀ ਗੁੱਡ ਓਕੇ ਸੋ ਜੋ ਹੈਗਾ ਆ ਕਿ ਯੂਰਪ ਵਾਲੇ ਜਿਹੜੇ ਆ ਉਹ ਹੁਣ ਕੀ ਸਿਚੁਏਸ਼ਨ ਹੈ ਜੀ ਜਿਹੜੇ BRP ਹੁੰਦੇ ਸੀ ਤੁਹਾਡੇ ਕੋਲ ਜਾਂ ਪੁਰਾਣੇ ਵੀਜ਼ੇ ਹੁੰਦੇ ਸੀ ਉਹਦੇ ਵਿੱਚ ਤੁਹਾਡੇ ਕੋਲ ਬਲੂ ਜਿਹਾ ਕਾਰਡ ਉਹ ਇਸ ਵੇਲੇ ਹੁਣ ਵੈਲਿਡ ਨਹੀਂ ਰਹੇ ਟੈਕਨੀਕਲੀ ਸੋ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਕਿ ਜਿੰਨੇ ਵੀ ਯੂਰਪ ਵਾਲੇ ਹੈਗੇ ਆ ਤੁਹਾਨੂੰ EU ਸੈਟਲਮੈਂਟ ਸਕੀਮ 'ਤੇ ਅਪਲਾਈ ਕਰਨਾ ਪੈਣਾ ਅਤੇ ਓਵਰ ਮੇਰਾ ਖਿਆਲ 5 ਮਿਲੀਅਨ ਤੋਂ ਜ਼ਿਆਦਾ
ਲੋਕਾਂ ਨੇ ਅਪਲਾਈ ਕੀਤਾ। ਇਹਨਾਂ ਦੀ ਤਾਂ ਉਮੀਦ ਨਾਲੋਂ ਬਹੁਤ ਜ਼ਿਆਦਾ। ਇਹ ਤਾਂ ਕਹਿੰਦੇ ਸੀ ਅਰਾਊਂਡ ਅਬਾਊਟ 3 ਮਿਲੀਅਨ EU ਵਾਲੇ ਇੱਥੇ ਰਹਿ ਰਹੇ ਆ, ਪਰ ਐਕਚੁਅਲੀ 5 ਮਿਲੀਅਨ ਜੋ ਹੈਗੇ ਤੋਂ ਜ਼ਿਆਦਾ ਨਿਕਲੇ ਕਿ EU ਵਾਲੇ ਇੱਥੇ ਰਹਿ ਰਹੇ ਆ ਅਤੇ ਉਹਨਾਂ ਨੇ ਅਪਲਾਈ ਕੀਤਾ। ਸੋ ਸਕੀਮ ਦੇ ਵਿੱਚ ਕੀ ਸੀ? ਸਕੀਮ ਵਿੱਚ ਉਹ ਇਹ ਕਹਿੰਦੇ ਸੀ ਕਿ ਜੇ ਤੁਸੀਂ ਯੂਰਪ ਤੋਂ ਆਏ ਆ ਅਤੇ ਇੱਥੇ ਰਹਿ ਰਹੇ ਆ 30 ਦਸੰਬਰ 2020 ਤੋਂ ਪਹਿਲਾਂ, ਅਤੇ ਆਪਾਂ ਤੁਹਾਨੂੰ ਇੱਥੇ ਰਹਿਣ ਦੀ ਇਜਾਜ਼ਤ ਦਊਂਗੇ ਗਾਹਾਂ। ਜੇ ਤੁਹਾਨੂੰ ਉਸ ਡੇਟ 'ਤੇ 5 ਸਾਲ ਤੋਂ ਘੱਟ ਰਹਿੰਦੇ ਹੋ ਗਏ ਤਾਂ ਫਿਰ ਆਪਾਂ ਤੁਹਾਨੂੰ ਇੱਕ ਸਟੇਟਸ ਦੇਵਾਂਗੇ ਪ੍ਰੀ ਸੈਟਲਮੈਂਟ, ਜੋ ਕਿ ਇੱਕ 5 ਸਾਲ ਦੇ ਵੀਜ਼ੇ ਦੇ ਬਰਾਬਰ ਆ। ਅੱਗੇ 5 ਸਾਲ ਦਾ ਵੀਜ਼ਾ ਲੱਗਦਾ ਸੀ ਜੀ, ਉਹ ਇਹਦੇ ਪ੍ਰੀ ਸੈਟਲਮੈਂਟ ਉਹਦੀ ਜਗ੍ਹਾ ਆਉਂਦੀ ਹੈ। ਫਿਰ ਇਹਨਾਂ ਨੇ ਕਿਹਾ ਸੀ ਜਿਹੜੇ 5 ਸਾਲ ਤੋਂ ਜ਼ਿਆਦਾ ਰਹਿ ਰਹੇ ਆ ਉਸ ਜਾਂ ਉਹਨਾਂ ਜਿਨ੍ਹਾਂ ਕੋਲ ਇੰਡੈਫੀਨਿਟ ਆ ਯੂਰਪ ਵਾਲੇ ਦੇ ਬੇਸ 'ਤੇ, ਜਿਹਨੂੰ ਆਪਾਂ ਇੰਡੈਫੀਨਿਟ ਨਹੀਂ ਪਰਮਾਨੈਂਟ ਰੈਜ਼ੀਡੈਂਸ ਸੱਦਦੇ ਹਾਂ, ਉਹ ਥੋੜ੍ਹਾ ਡਿਫਰੈਂਟ ਹੁੰਦਾ ਉਹ, ਅਤੇ ਉਹਨਾਂ ਨੂੰ ਆਪਾਂ ਸੈਟਲ ਸਟੇਟਸ ਦੇਵਾਂਗੇ। ਸੋ ਸੈਟਲ ਸਟੇਟਸ ਜੋ ਹੈਗਾ ਉਹ ਇੰਡੈਫੀਨਿਟ ਲੀਵ ਟੂ ਰਿਮੇਨ ਅਗਰ ਇਹ ਹੁੰਦਾ ਤਾਏ ਚਾਚੇ ਦਾ ਹੀ ਹੁੰਦਾ ਪੁੱਤ ਉਹ, ਬਟ ਸੋ ਉਹ ਤਕਰੀਬਨ ਉਹ ਸਟੇਟਸ ਦੇ ਵਿੱਚ ਹੈ ਜੀ। ਸੋ ਹੁਣ ਜੇ BRP ਕਾਰਡ ਨਹੀਂ ਰਹੇ ਅਤੇ ਸਾਡੇ ਉਹ ਦੂਏ ਨੀਲੇ ਕਾਰਡ ਨਹੀਂ ਰਹੇ ਗੱਤੇ, ਤਾਂ ਫਿਰ ਸਾਡਾ ਸੈਟਲਮੈਂਟ ਅਤੇ ਪ੍ਰੀ ਸੈਟਲਮੈਂਟ ਕੀ ਹੁੰਦਾ, ਆਪਾਂ ਅਪਲਾਈ ਕਿੱਦਾਂ ਕਰੀਦਾ? ਇਹਨੂੰ EU ਸੈਟਲਮੈਂਟ ਸਕੀਮ ਦੇ ਵਿੱਚ ਅਪਲਾਈ ਕਰਨਾ ਪੈਣਾ ਸੀ, ਤਾਂ ਉਹਦੀ ਡੈਡਲਾਈਨ ਜੀ 30 ਜੂਨ ਦੀ ਸੀਗੀ ਕਿ ਉਹਦੇ ਵਿੱਚ ਤੁਸੀਂ ਅਪਲਾਈ ਕਰ ਦਿਓ। ਬਥੇਰਾ ਰੌਲਾ ਪਾਇਆ ਆਪਾਂ, ਸਾਲ 1.5 ਸਾਲ ਇਹੀ ਪਾਉਂਦੇ ਰਹੇ, ਅਤੇ ਲੋਕਾਂ ਨੇ ਬਹੁਤ ਕੁਛ ਕੀਤੇ ਆਪਾਂ ਜੋ ਹੈਗੇ ਆ ਸੈਟਲਡ ਐਂਡ ਪ੍ਰੀ ਸੈਟਲ ਸਟੇਟਸ। ਉਹਦੇ ਵਿੱਚ ਕੀ ਆਉਂਦਾ ਜੀ ਮੁੜ ਕੇ? ਉਹਦੇ ਵਿੱਚ ਈਮੇਲ ਆਉਂਦੀ ਜੀ ਤੁਹਾਨੂੰ ਕਿ ਤੁਸੀਂ ਅਪਲਾਈ ਕਰ ਚੁੱਕੇ ਆ ਕਨਫਰਮੇਸ਼ਨ। ਫਿਰ ਕੁਛ ਦੇਰ ਬਾਅਦ ਉਹਦੇ ਤੋਂ ਲੈਟਰ ਆਉਂਦਾ ਜੀ ਕਿ ਤੁਹਾਨੂੰ ਆਪਾਂ ਸੈਟਲਮੈਂਟ ਦਿੱਤੀ ਜਾਂ ਪ੍ਰੀ ਸੈਟਲਮੈਂਟ ਦਿੱਤੀ, ਜਾਂ ਫਿਰ ਆਪਾਂ ਦੋਨਾਂ ਕੇਸ 'ਚੋਂ ਰਿਫਿਊਜ਼ ਕੀਤਾ ਆ, ਜਾਂ ਫਿਰ ਉਹਨਾਂ ਦੀ ਕਈ ਵਾਰੀ ਰਿਕੁਐਸਟ ਹੁੰਦੀ ਸੀ ਕਿ ਸਾਨੂੰ ਹੋਰ ਡਾਕੂਮੈਂਟ ਭੇਜੋ। ਸੋ ਦੈਟ ਵਾਸ ਜੋ ਸੀਗਾ ਉਹਦਾ ਸੀਗਾ। ਅਤੇ ਲੋਕ ਕਹਿੰਦੇ ਭਈ ਕੋਈ ਕਾਰਡ ਆਇਆ ਨਹੀਂ ਸਾਨੂੰ, ਕੋਈ ਇੱਦਾਂ ਦਾ ਬਾਇਓਮੈਟ੍ਰਿਕ ਵਗੈਰਾ ਕੁਛ ਆਇਆ ਨਹੀਂ। ਦੈਟਸ ਬਿਕੋਜ਼ ਜੀ ਕਿਉਂਕਿ 30 ਜੂਨ ਤੋਂ ਬਾਅਦ ਸਾਰੇ ਕਾਰਡ ਇਨਵੈਲਿਡ ਆ। ਤਾਂ ਹੁਣ ਜੋ ਸਿਸਟਮ ਇਹਨਾਂ ਨੇ ਸ਼ੁਰੂ ਕਰਨਾ ਇਹ ਔਨਲਾਈਨ ਸਿਸਟਮ ਹੈਗਾ ਆ। ਜੇ ਤੁਹਾਨੂੰ ਸੈਟਲਮੈਂਟ ਜਾਂ ਪ੍ਰੀ ਸੈਟਲਮੈਂਟ ਮਿਲੀ ਹੋਆ ਤਾਂ ਤੁਸੀਂ ਆਪਣਾ ਲੌਗਇਨ ਕਰਕੇ ਚੈੱਕ ਕਰ ਸਕਦੇ ਸਟੇਟਸ, ਤਾਂ ਤੁਹਾਡਾ ਐਮਪਲੋਇਰ ਵੀ ਚੈੱਕ ਕਰ ਸਕਦਾ ਤੁਹਾਡਾ ਸਟੇਟਸ, ਤਾਂ ਇਮੀਗ੍ਰੇਸ਼ਨ ਵਾਲੇ ਵੀ ਪੁਲਿਸ ਵਾਲੇ ਵੀ ਚੈੱਕ ਕਰ ਸਕਦੇ ਸਟੇਟਸ, ਬਾਰਡਰ ਵਾਲੇ ਵੀ ਚੈੱਕ ਕਰ ਸਕਦੇ ਸਟੇਟਸ। ਤੁਸੀਂ ਆਪਣਾ ਜਦੋਂ ਸੈਟਲਮੈਂਟ ਤਾਂ ਪ੍ਰੀ ਸੈਟਲਮੈਂਟ ਕੀਤਾ ਹੁੰਦਾ, ਆਪਣਾ ਈਮੇਲ ਦਿੱਤਾ ਹੁੰਦਾ, ਆਪਣਾ ਫੋਨ ਨੰਬਰ ਦਿੱਤਾ ਹੁੰਦਾ। ਜੇ ਤੁਸੀਂ ਕਿਸੇ ਵਕੀਲ ਥਰੂ ਕੀਤਾ ਹੈ ਤਾਂ ਉਹ ਵਕੀਲ ਨੇ ਈਮੇਲ ਦਿੱਤਾ ਹੁੰਦਾ, ਤਾਂ ਤੁਸੀਂ ਉਹਨਾਂ ਨੂੰ ਫੋਨ ਕਰਕੇ ਕਹਿ ਸਕਦੇ ਕਿ ਜੀ ਸਾਡਾ ਚੇਂਜ ਕਰ ਦਿਓ ਤਾਂ ਕਿ ਤੁਹਾਡੇ ਕੋਲ ਡਾਇਰੈਕਟ ਹੋਵੇ। ਪਰ ਤੁਹਾਨੂੰ ਜਦੋਂ ਤੁਸੀਂ ਮੁਲਕ ਛੱਡਣਾ ਹੈ ਜਾਂ ਤੁਸੀਂ ਕਿਤੇ ਜੋਬ 'ਤੇ ਲੱਗਣਾ ਆ ਤਾਂ ਉਹ ਤੁਹਾਡਾ ਜ਼ਰੂਰੀ ਹੁੰਦਾ, ਕਿਉਂਕਿ ਤੁਸੀਂ ਉਹ ਇੰਪਲੋਇਰ ਨੇ ਚੈੱਕ ਕਰਨਾ, ਦੇਖਣਾ ਆ ਤੁਹਾਡਾ ਕਿ ਤੁਹਾਡਾ ਸਟੇਟਸ ਹੈ ਜਾਂ ਨਹੀਂ। ਸੋ ਇਹਨਾਂ ਨੇ ਹੁਣ ਉਹ BRP ਸਾਰੇ ਕੱਢ ਦਿੱਤੇ। ਜਦੋਂ ਤੁਸੀਂ EU ਸੈਟਲਮੈਂਟ ਸਟੇਟਸ ਲਈ ਅਪਲਾਈ ਕਰਦੇ ਆ ਤਾਂ ਤੁਹਾਡੀ ਫੇਸ ਦੀ ਸਕੈਨਿੰਗ ਹੁੰਦੀ ਆ। ਉਹ ਫੇਸ ਦੀ ਸਕੈਨਿੰਗ ਵਿੱਚ ਤੁਹਾਡਾ ਉਹ ਰੈਕਗਨੀਸ਼ਨ ਹੁੰਦਾ ਜੀ ਸਾਰਾ। ਸੋ ਉਹ ਚੀਜ਼ ਜੋ ਹੈਗੀ ਉਹ ਰੈਕਗਨਾਈਜ਼ ਕਰਦੇ ਆ ਜੀ। ਉਹ ਫਿਰ ਚੈੱਕ ਕਰਦੇ ਆ ਕਿ ਤੁਹਾਡੇ ਉਹ ਫਿੰਗਰਾਂ ਨਾਲ ਜੋ ਪਹਿਲਾਂ ਹੋਏ ਸੀਗੇ ਕਿ ਇਹ ਬੰਦਾ ਸੇਮ ਆ ਜਾਂ ਨਹੀਂ, ਤੁਹਾਡੀ ਸਾਰੀ ਉਹ ਰੈਕਗਨੀਸ਼ਨ ਨਾਲ। ਸੋ ਦੈਟਸ ਹਾਊ ਇਟ ਆਲ ਗੋਨਾ ਵਰਕ ਨਾ। ਕਿ ਆਪਾਂ ਫਿਰ ਤੁਸੀਂ ਕਹੋਗੇ ਯਾਰ ਇਹ ਤਾਂ ਕੋਈ ਸਵਾਦ ਹੀ ਵਾਲੀ ਗੱਲ ਨਹੀਂ ਆਈ, ਕਿ ਅੱਗੇ ਤਾਂ ਪਾਸਪੋਰਟ 'ਚ ਵੀਜ਼ਾ ਲੱਗਾ ਸੀ, ਇੰਡੈਫੀਨਿਟ ਦੀ ਸਟੈਂਪ ਹੁੰਦੀ ਆ, ਉਹਨਾਂ ਸਾਬਤ ਹੁੰਦੇ ਕਿ ਜੀ ਆਪਾਂ ਪੱਕੇ ਆ ਜਾਂ ਨਹੀਂ, ਆਪਾਂ ਸਟੇਟਸ ਕਿੱਦਾਂ ਪ੍ਰੂਵ ਕਰ ਸਕਦੇ ਹਾਂ। ਸੋ ਇਹ ਹੁਣ ਸਾਰਾ ਔਨਲਾਈਨ ਸਿਸਟਮ ਹੋਣਾ, ਯੂ ਬੀ ਏਬਲ ਟੂ ਪ੍ਰੂਵ ਯੋਰ ਸਿਸਟਮ ਡਿਜੀਟਲੀ। ਸੋ ਕੋਈ ਫਿਜ਼ੀਕਲ ਡਾਕੂਮੈਂਟ ਹੁਣ ਇਹਨਾਂ ਨੇ ਜੋ ਹੈ ਨਾ ਆ ਉਹ ਵੈਲਿਡ ਨਹੀਂ ਹੈਗਾ। ਸੋ ਉਹਦੇ ਵਿੱਚ ਆਪਾਂ ਨੂੰ ਹੁਣ ਕੰਪਿਊਟਰ ਦਾ ਯੂਜ਼ ਸਿੱਖਣਾ ਪੈਣਾ, ਅਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਲੌਗਇਨ ਕੀ ਆ, ਤੁਹਾਡਾ ਆਪਣਾ ਤੁਸੀਂ ਈਮੇਲ ਤੁਹਾਨੂੰ ਦਿੱਤਾ ਹੋਣਾ ਚਾਹੀਦਾ, ਸਾਰਿਆਂ ਦਾ ਈਮੇਲ ਬਣਿਆ ਹੋਣਾ ਚਾਹੀਦਾ, ਐਂਡ ਤੁਹਾਡਾ ਫ਼ੋਨ ਨੰਬਰ ਦਿੱਤਾ ਹੋਣਾ ਚਾਹੀਦਾ, ਸਾਰਿਆਂ ਕੋਲ ਫ਼ੋਨ ਹੋਣਾ ਚਾਹੀਦਾ। ਸੋ ਆ ਜੋ ਹੈਗੇ ਇਜ਼ essential। ਸੋ ਇਹ ਜੀ ਇਹਨਾਂ ਨੇ ਜੋ ਹੈਗਾ ਕੀਤਾ ਹੈ। ਜਿਨ੍ਹਾਂ ਨੇ 30 ਜੂਨ ਤੋਂ ਪਹਿਲਾਂ ਆਪਣੇ EU ਸੈਟਲਮੈਂਟਸ ਅਪਲਾਈ ਕੀਤਾ ਪਰ ਹਲੇ ਜਵਾਬ ਨਹੀਂ ਆਇਆ, ਉਹਨਾਂ ਨੂੰ ਇਹੀ ਕਹਿੰਦੇ ਕਿ ਤੁਸੀਂ ਰਹਿ ਸਕਦੇ ਜਦ ਤੱਕ ਤੁਹਾਡੀ ਐਪਲੀਕੇਸ਼ਨ ਦਾ ਕੋਈ ਜਵਾਬ ਨਹੀਂ ਆਉਂਦਾ। ਸੋ ਦੈਟਸ ਜੋ ਹੈਗਾ ਆ ਇਹ ਆ। ਆਲਸੋ ਇੱਕ ਦੂਜਾ ਪ੍ਰੂਫ ਤੁਹਾਡਾ ਜੋ ਹੈਗਾ ਉਹ ਚਿੱਠੀ ਆ, ਜਦੋਂ ਤੁਹਾਨੂੰ ਸੈਟਲਮੈਂਟ ਜਾਂ ਪ੍ਰੀ ਸੈਟਲਮੈਂਟ ਦਿੱਤੀ ਗਈ ਉਹਦੇ ਉੱਤੇ ਤੁਹਾਡਾ ਰੈਫਰੈਂਸ ਨੰਬਰ ਹੈਗਾ। ਸੋ ਉਹਦੇ 'ਚ ਕੋਈ ਵੀ ਇੰਪਲੋਇਰ ਜੋ ਹੈਗਾ ਚੈੱਕ ਕਰ ਸਕਦਾ ਤੁਹਾਡਾ। ਸੋ ਉਹ ਜੋ ਰੈਫਰੈਂਸ ਨੰਬਰ ਦਿਸ ਯੂਨੀਕ ਟੂ ਯੂ, ਉਹ ਯੂਜਲੀ 3434 ਨਾਲ ਸ਼ੁਰੂ ਹੁੰਦਾ। ਸੋ 3434 ਨਾਲ ਉਹ ਰੈਫਰੈਂਸ ਨੰਬਰ ਤੁਹਾਡੀ ਚਿੱਠੀ 'ਤੇ ਲਿਖਿਆ ਹੋਊਗਾ।
EU ਸੈਟਲਮੈਂਟ ਸਕੀਮ ਦੇ ਵਿੱਚ। ਸੋ ਉਹਦੇ ਵਿੱਚ ਜੋ ਹੈਗਾ ਇੱਕ ਕਿਸਮ ਦਾ ਇਹ ਈ ਵੀਜ਼ਾ ਇਹਨੂੰ ਸੱਦਦੇ ਆ। ਸੋ ਇੱਕ ਈ ਵੀਜ਼ਾ ਸੱਦਦੇ ਆ, ਇਹਦੇ ਵਿੱਚ ਤੁਹਾਡਾ ਪ੍ਰੂਫ ਹੈ, ਇਹੀ ਤੁਹਾਡਾ ਵੀਜ਼ਾ ਹੈ ਜੀ। ਸੋ ਇਹਦੀ ਜਗ੍ਹਾ ਕੋਈ BRP ਨਹੀਂ ਆਉਣੀ, ਕੋਈ BRC ਨਹੀਂ ਹੋਣੀ, ਕੋਈ ਕਾਰਡ ਨਹੀਂ ਹੋਣਾ, ਕੋਈ ਪਾਸਪੋਰਟ 'ਚ ਵੀਜ਼ਾ ਨਹੀਂ ਹੋਣਾ। ਇਹਦੇ ਵਿੱਚ ਇੱਦਾਂ ਹੀ ਚੈੱਕ ਕਰਿਆ ਕਰਨੀ ਇਹਨਾਂ ਨੇ, ਔਨਲਾਈਨ ਜਾ ਕੇ ਤੁਹਾਡੀ ਸਟੇਟਸ ਦੇਖਿਆ ਕਰਨੀ। ਐਂਡ ਆਲਸੋ ਲੈਂਡਲੋਰਡ ਵੀ ਚੈੱਕ ਕਰ ਸਕਦੇ ਆ ਐਂਡ ਐਮਪਲੋਇਰਸ ਵੀ ਚੈੱਕ ਕਰ ਸਕਦੇ ਆ। ਸੋ ਦੈਟਸ ਜੋ ਹੈਗਾ ਆ ਇੱਕ ਬਹੁਤ ਜ਼ਰੂਰੀ ਗੱਲ ਹੈ ਜੀ। ਦੈਟਸ ਦ ਫਰਸਟ ਥਿੰਗ। ਰਾਈਟ, ਹੋਰ ਜੀ ਕੀ ਹੁੰਦਾ ਹੈ? ਕਹਿੰਦੇ ਜੀ ਜਦੋਂ ਤੁਸੀਂ ਇੰਗਲੈਂਡ 'ਚੋਂ ਬਾਹਰ ਅੰਦਰ ਆਉਣਾ ਤਾਂ ਫਿਰ ਆਪਾਂ ਕਿੱਦਾਂ ਆਵਾਂਗੇ, ਜੇ ਆਪਾਂ ਮੁੜਾਂਗੇ ਕਿੱਦਾਂ ਜੇ ਸਾਨੂੰ ਵੀਜ਼ਾ ਨਹੀਂ ਹੈਗਾ? ਦੇਖੋ, ਇੰਗਲੈਂਡ ਵਾਲਿਆਂ ਨੂੰ ਕੋਈ ਆਪੱਤੀ ਨਹੀਂ, ਕੋਈ ਪ੍ਰੋਬਲਮ ਨਹੀਂ ਕਿ ਤੁਸੀਂ ਆ ਡਿਜੀਟਲ ਸਟੇਟਸ ਨਾਲ ਯੂਜ਼ ਕਰੋ ਆਉਣ ਜਾਣ ਲਈ। ਪ੍ਰੋਬਲਮ ਸਾਨੂੰ ਇਹ ਪੈਣੀ ਆ ਕਿ ਜਿਹੜੇ ਆਪਾਂ ਮੁਲਕ ਜਾਣਾ ਆ, ਫਰਜ਼ ਕਰੋ ਆਪਾਂ ਇੰਡੀਆ ਗਏ, ਤਾਂ ਇੰਡੀਆ ਬੜੇ ਉੱਥੇ ਨਟੋਰੀਅਸ ਆ ਏਅਰਪੋਰਟਸ 'ਤੇ ਕਿ ਜਦ ਤੱਕ ਤੁਹਾਡੇ ਉਹ ਫਿਜ਼ੀਕਲ ਵੀਜ਼ਾ ਨਹੀਂ ਦੇਖਦੇ ਉਹ ਤੁਹਾਨੂੰ ਚੜ੍ਹਨ ਨਹੀਂ ਦਿੰਦੇ ਜਹਾਜ਼। ਸੋ ਉਹ ਕਹਿੰਦੇ ਨਹੀਂ, ਤੁਸੀਂ ਚੜ੍ਹ ਨਹੀਂ ਸਕਦੇ ਜਹਾਜ਼। ਸੋ ਉਹਨਾਂ ਨੂੰ ਹੌਲੀ ਹੌਲੀ ਇਹ ਚੀਜ਼ਾਂ ਬਾਰੇ ਪਤਾ ਲੱਗਣਾ ਜੀ ਕਿ ਡਿਜੀਟਲ ਸਟੇਟਸ ਕੀ ਆ ਕੀ ਨਹੀਂ। ਚੈੱਕ ਤਾਂ ਉਹ ਵੀ ਕਰ ਸਕਦੇ ਆ, ਪਰ ਹੁਣ ਇਹਨਾਂ ਦੇ ਕੋਲ ਇੰਫਰਾਸਟਰਕਚਰ ਹੈਗਾ, ਸਿਸਟਮ ਹੈਗਾ, ਇਹ ਨਹੀਂ ਪਤਾ ਕਿ ਉਹ ਕਰੂਗੇ ਜਾਂ ਨਹੀਂ। ਜੇ ਉਹਨਾਂ ਨੇ ਤੁਹਾਨੂੰ ਨਹੀਂ ਚੜ੍ਹਨ ਦਿੱਤਾ ਮੁੜ ਕੇ, ਤਾਂ ਤੁਹਾਨੂੰ ਉਹ ਕਹੂਗੇ ਕਿ ਤੁਸੀਂ ਆਪਣੇ ਮੁਲਕ ਜਿਹੜਾ ਯੂਰਪੀਅਨ ਪਾਸਪੋਰਟ ਹੈ ਉੱਥੇ ਫਲਾਈਟ ਫੜੋ। ਤਾਂ ਫਿਰ ਤੁਹਾਨੂੰ ਵਾਇਆ ਉੱਥੋਂ ਆਉਣਾ ਪੈਣਾ। ਦੈਟ ਮਾਈਟ ਬੀ ਈਜ਼ੀਅਰ ਫॉर ਯੂ ਰਾਦਰ ਦੈਨ ਤੁਸੀਂ ਬਹਿਸ ਕਰੋ ਉੱਥੇ ਏਅਰਪੋਰਟ 'ਤੇ ਜਾ ਕੇ, ਤੁਹਾਨੂੰ ਨਹੀਂ ਚੜ੍ਹਨ ਦਿੱਤਾ। ਉੱਥੇ ਤੁਹਾਨੂੰ ਪਤਾ ਹੀ ਹੈ ਕੀ ਹਿਸਾਬ ਕਿਤਾਬ ਹੁੰਦਾ ਆ, ਉੱਥੋਂ ਹੀ ਆਏ ਆ, ਪਤਾ ਹੀ ਹੈ ਜੀ। ਰਾਈਟ, ਸੋ ਇਹਨਾਂ ਨੇ ਜੋ ਕਿਹਾ ਹੈ ਜੀ 1 ਅਕਤੂਬਰ 21 ਤੋਂ ਬਾਅਦ ਜੋ BRP ਕਾਰਡਸ ਆ, ਜੋ ਵੀਜ਼ੇ ਆ, ਇਹ ਉਹ ਇਨ ਐਂਡ ਆਊਟ ਜਾਣ ਲਈ ਵੈਲਿਡ ਨਹੀਂ ਰਹਿਣੇ। ਸੋ ਤੁਹਾਡੇ ਜਿਹੜੇ ਜੋ ਕਾਰਡ ਆ BRP ਆ, ਤੁਸੀਂ 1 ਅਕਤੂਬਰ ਤੱਕ ਯੂਜ਼ ਕਰ ਸਕਦੇ ਆ ਟੂ ਗੋ ਇਨ ਐਂਡ ਆਊਟ ਟਰੈਵਲ। ਉਸ ਤੋਂ ਬਾਅਦ ਨਹੀਂ ਦਿੱਤੇ ਜਾਣੇ, ਜੋ ਕਿ ਆਈਡੈਂਟੀਟੀ ਕਾਰਡ ਆ। ਕਈਆਂ ਕੋਲ ਯੂਰਪ ਵਾਲਿਆਂ ਕੋਲ ਪਾਸਪੋਰਟ ਵੀ ਹੁੰਦੇ ਆ, ID ਕਾਰਡ ਵੀ ਹੁੰਦੇ ਆ। ਤਾਂ ਕਈ ਪਾਸਪੋਰਟ ਜੇ ਹੈ ਨਹੀਂ, ID ਕਾਰਡ 'ਤੇ ਟਰੈਵਲ ਕਰਦੇ ਆ। ਯੂ ਕੈਨ ਓਨਲੀ ਟਰੈਵਲ in and out the UK on your ID card till the 1st of October 2021. So ਆਹ ਤੁਸੀਂ ਜੋ ਹੈਗਾ ਚੇਤੇ ਰੱਖੋ ਜੀ ਇਸ ਚੀਜ਼ ਦਾ। That's something you need to do, right? ਹੁਣ ਕਈ ਲੋਕਾਂ ਦੇ ਜੀ ਜ਼ਿਆਦਾ, ਫਰਜ਼ ਕਰੋ ਆਪਾਂ ਪ੍ਰੀ ਸੈਟਲਮੈਂਟ 2019 'ਚ ਕੀਤਾ, ਕਈ ਲੋਕਾਂ ਦਾ ਉਸ ਤੋਂ ਬਾਅਦ ਪਾਸਪੋਰਟ ਬਦਲ ਜਾਂਦਾ ਹੈ। ਰਾਈਟ, ਸੋ ਜਦੋਂ ਵੀ ਤੁਹਾਡਾ ਪਾਸਪੋਰਟ ਬਦਲੇ ਤੁਹਾਨੂੰ ਨਵਾਂ ਪਾਸਪੋਰਟ ਨੰਬਰ ਦਿੱਤਾ ਜਾਂਦਾ। ਉਹਦੇ ਵਿੱਚ ਤੁਹਾਡਾ ਫਰਜ਼ ਬਣਦਾ ਯੂ ਗੋ ਔਨਲਾਈਨ ਐਂਡ ਤੁਸੀਂ ਆਪਣੇ ਪਾਸਪੋਰਟ ਡਿਟੇਲ ਅਪਡੇਟ ਕਰੋ। ਬਹੁਤ ਜ਼ਰੂਰੀ ਆ, ਕਿਉਂਕਿ ਜਿਹੜਾ ਤੁਹਾਡਾ EU ਸੈਟਲ ਸਟੇਟਸ ਜਾਂ ਪ੍ਰੀ ਸੈਟਲਮੈਂਟ ਆ, ਇਸ ਲਿੰਕ ਟੂ ਦ ਪਾਸਪੋਰਟ ਜਿਹਦੇ ਨਾਲ ਤੁਸੀਂ ਅਪਲਾਈ ਕੀਤਾ ਸੀ। ਜੇ ਉਸ ਤੋਂ ਬਾਅਦ ਤੁਹਾਡਾ ਪਾਸਪੋਰਟ ਬਦਲਦਾ ਆ, ਫਿਰ ਤੁਹਾਨੂੰ ਉਹ ਚੀਜ਼ ਕਰਨੀ ਪੈਂਦੀ ਹੈ ਜੀ। ਫਿਰ ਤੁਹਾਨੂੰ ਉਸ ਚੀਜ਼ ਜੋ ਹੈਗੀ ਆ ਅਪਡੇਟ ਕਰਨਾ ਪੈਂਦਾ, ਇਹਨਾਂ ਨੂੰ ਦੱਸਣਾ ਪੈਂਦਾ। ਰਾਈਟ, ਦੈਟਸ ਵਾਈ ਇਟਸ ਇੰਪੋਰਟੈਂਟ ਕਿ ਤੁਹਾਡੇ ਕੋਲ ਤੁਹਾਡੇ ਸਾਈਨ ਇਨ ਡਿਟੇਲਸ ਹੋਣ। ਇਹ ਚੀਜ਼ਾਂ ਜੀ ਜੋ ਹੈਗੀਆਂ EU ਵਾਲਿਆਂ ਲਈ ਇਹਨਾਂ ਨੇ ਬਣਾਈਆਂ ਹੈਗੀਆਂ। ਸੋ ਆਹ ਸਿਚੁਏਸ਼ਨ ਹੈ ਜੀ EU ਦਾ ਹੈਗਾ ਪ੍ਰਤੀ, ਐਂਡ ਦੈਟਸ ਕੁਆਇਟ ਜੋ ਹੈਗਾ ਆ ਇੰਪੋਰਟੈਂਟ ਆ। ਸੋ ਇਹ ਤੁਸੀਂ ਚੇਤੇ ਰੱਖੋ ਜੀ ਇਹ ਚੀਜ਼ਾਂ ਨੂੰ, ਐਂਡ ਇਹ ਕਾਫੀ ਜੋ ਇਫੈਕਟ ਹੋਣੇ ਆ। ਜਿਹੜਾ ਹੁਣ EU ਤੋਂ ਨਵਾਂ ਕੋਈ ਆਏਗਾ ਜੀ, ਉਹਨੂੰ ਇਹ ਵਿਜ਼ਟਰ ਤੌਰ 'ਤੇ ਹੀ ਰਹਿਣ ਦਊਗੇ। ਜੇ ਕਿਸੇ ਨੇ EU ਤੋਂ ਆਉਣਾ ਪੜ੍ਹਨ ਲਈ ਜਾਂ ਕਿਸੇ ਨੇ ਆਉਣਾ ਇੱਥੇ ਕੰਮ ਕਰਨ ਲਈ, ਤਾਂ ਉਹਨਾਂ ਨੂੰ ਉਹੀ ਵੀਜ਼ੇ ਲੈਣੇ ਪੈਣੇ ਜਿੱਦਾਂ ਕਿਸੇ ਇੰਡੀਅਨ ਨੈਸ਼ਨਲ ਨੂੰ ਲੈਣੇ ਪੈਂਦੇ ਆ। ਸੋ ਉਹ ਸਾਰਾ ਪਲੈਟਫਾਰਮ ਇੱਕ ਹੋ ਗਿਆ। ਜਿੱਦਾਂ ਅੱਗੇ EU ਵਾਲਿਆਂ ਨੂੰ ਸੀਗੇ ਐਡਵਾਂਟੇਜਸ, ਉਹ ਹੈ ਨਹੀਂ। ਦੇ ਡੋਨਟ ਹੈਵ ਦੈਟ ਐਨੀਮੋਰ। ਬ੍ਰੈਗਜ਼ਿਟ ਦਾ ਇਹੀ ਮਤਲਬ ਸੀਗਾ, ਬ੍ਰੈਗਜ਼ਿਟ ਦਾ ਇਹੀ ਏਮ ਸੀਗਾ, ਐਂਡ ਦ ਹੋਲ ਮੀਨਿੰਗ ਆਫ ਬ੍ਰੈਗਜ਼ਿਟ ਵਾਜ਼ ਜੋ ਹੈਗਾ ਇਹ ਜੋ ਫਰੀਡਮ ਆਫ ਮੂਵਮੈਂਟ ਆ, ਇਹ ਖਤਮ ਕੀਤਾ ਜਾਵੇ, ਜੋ ਕਿ ਬਿਨਾਂ ਪੁੱਛੇ ਆਈ ਚਲਾਈ ਹੁੰਦੀ ਹੈ EU ਮੁਲਕਾਂ ਦੇ ਵਿੱਚ, UK ਦੇ ਵਿੱਚੋਂ, ਇਹ ਠਾਈ ਜਾਵੇ। ਔਰ ਇਹ ਇਫੈਕਟਿਵਲੀ ਹਟ ਗਈ ਹੈਗੀ ਆ।
ਸੋ ਹੁਣ EU ਵਾਲੇ ਜਿਨ੍ਹਾਂ ਨੇ ਇੰਗਲੈਂਡ ਆਉਣਾ ਉਹਨਾਂ ਨੂੰ ਉਹੀ ਚੀਜ਼ਾਂ ਕਰਨੀਆਂ ਪੈਣੀਆਂ ਜਿੱਦਾਂ ਕਿਸੇ ਨੇ ਅਮਰੀਕਾ ਤੋਂ ਆਉਣਾ ਹੋ, ਇੰਡੀਆ ਤੋਂ ਆਉਣਾ ਹੋ, ਚੀਨ ਤੋਂ ਆਉਣਾ ਹੋ, exactly the same things. So when they say we're in control of our borders, we're in control of our immigration system, that's effectively what they mean. Now that the freedom of free flow of people coming to work and live in the UK from Europe, that is stemmed. So ਇਹ ਜੋ ਹੈਗਾ ਕਹਿੰਦੇ ਆ, that's exactly what it is. Right. Okay. Okay, ਹੋਰ ਆਪਾਂ ਕੀ ਤੁਹਾਨੂੰ ਕਹਿ ਸਕਦੇ ਹਾਂ? ਹੋਰ ਤਾਂ ਕੁਛ ਜ਼ਿਆਦਾ ਕਹਿਣ ਨੂੰ ਹੈ ਨਹੀਂ ਇਸ ਵੇਲੇ. That's the latest systems ਜੋ ਹੈਗੇ ਆ for the EU settlement scheme and graduate visa. ਇਹ two main changes ਹੋਏ ਆ this week. So this week we need to tell you that ਇਹ main changes ਹੋਏ ਆ and that ਇਹ ਜੋ ਹੈਗੇ rules ਜੋ ਹੈਗੇ ਆ ਬਦਲੇ ਹੈਗੇ ਆ. ਬਾਕੀ ਗਾਹਾਂ ਨੂੰ ਕੀ ਰੂਲਸ ਬਦਲੂਗੇ ਜਾਂ ਨਹੀਂ ਇਹ ਹੁਣ ਕੁਛ ਕਹਿ ਨਹੀਂ ਸਕਦੇ. ਬਹੁਤ ਸਟੂਡੈਂਟਸ ਮੈਨੂੰ ਮੈਸੇਜ ਕਰਕੇ ਪੁੱਛਦੇ ਆ ਕਿ ਭਾਈ ਸੁਣਿਆ PSW ਬੰਦ ਹੋਣ ਲੱਗਾ. ਮੈਂ ਕਿਹਾ ਹਲੇ ਓਪਨ ਤਾਂ ਕੱਲ੍ਹ ਹੋਇਆ ਤਾਂ ਬੰਦ ਤੁਸੀਂ ਪਹਿਲਾਂ ਹੀ ਕਰਨ ਨੂੰ ਫਿਰੋ. ਸੋ ਸੋਚ ਜੋ ਹੈਗੀ ਆਪਣੀ ਥੋੜ੍ਹੀ ਢਿੱਲੀ ਆ ਇਸ ਚੀਜ਼ਾਂ 'ਚ. ਤੁਹਾਨੂੰ ਚਾਹੀਦਾ ਕਿ ਆਪਾਂ ਥੋੜ੍ਹਾ ਜਿਹਾ ਇਸ ਚੀਜ਼ ਦਾ ਫਾਇਦਾ ਉਠਾਈਏ ਐਂਡ ਖਾਸ ਤੌਰ 'ਤੇ ਜਿਹੜੇ ਸਟੂਡੈਂਟਸ ਹੁਣ ਆਪਣੇ ਕੋਰਸ ਸਾਲ ਰਹਿ ਗਿਆ ਉਹਨਾਂ ਦੇ ਦੈਨ ਪਲੀਜ਼ ਕੰਪਲੀਟ ਦੈਮ. ਉਹਦੇ 'ਚ ਤੁਹਾਡਾ ਹੀ ਫਾਇਦਾ ਆ. ਤੁਹਾਨੂੰ ਕੰਮ ਦਾ ਵੀਜ਼ਾ ਮਿਲੂਗਾ, ਉਹਦੇ ਵਿੱਚ ਤੁਹਾਨੂੰ ਓਪਰਚੁਨਿਟੀ ਮਿਲੂਗੀ, ਗਾਹਾਂ ਅੱਗੇ ਇੰਪਲੋਇਰ ਮਿਲੂਗਾ, ਤੁਸੀਂ ਸਵਿਚ ਕਰ ਸਕਦੇ ਆ ਤਾਂ PR ਦਾ ਤੁਹਾਨੂੰ ਚਾਂਸ ਮਿਲੂਗਾ ਬਿਨਾਂ ਪਾਪੜ ਬੇਲੇ ਤੋਂ. ਸੋ ਇਹ ਜੋ ਹੈਗਾ ਇਟਸ ਵੈਰੀ ਵੈਰੀ ਇੰਪੋਰਟੈਂਟ. ਇਹ ਬਹੁਤ ਜੋ ਹੈਗਾ ਆ ਇੰਪੋਰਟੈਂਟ ਆ ਤੁਹਾਡੇ ਲਈ ਕਿ ਤੁਸੀਂ ਜੀ ਆਹ ਕੰਮ ਕਰੋ ਐਂਡ ਤੁਸੀਂ ਜੋ ਹੈਗਾ ਆ ਸਟੇਟਸ ਵਿੱਚ ਰਹੋ, ਆਪਣੀ ਪੜ੍ਹਾਈਆਂ ਕੰਪਲੀਟ ਕਰੋ, ਉਹਦੇ 'ਚ ਤੁਹਾਡਾ ਫਾਇਦਾ ਆ. ਰਾਈਟ. ਬਹੁਤ ਲੋਕ ਪੁੱਛਦੇ ਆ ਭਾਈ ਆਪਾਂ ਸਟੂਡੈਂਟ ਆ ਇੱਥੇ ਪਰ ਆਪਾਂ ਹੋਰ ਕੰਟਰੀ ਮੂਵ ਕਰਨਾ ਚਾਹੁੰਦੇ ਆ ਤਾਂ ਆਪਾਂ ਕਿੱਦਾਂ ਕਰ ਸਕਦੇ ਆ? ਦੇਖੋ ਜੀ ਹੋਰ ਕੰਟਰੀਆਂ ਦੇ ਵਿੱਚ ਆਪਸ਼ਨਸ ਹੈਗੇ ਆ, ਖਾਸ ਤੌਰ 'ਤੇ ਕੈਨੇਡਾ ਦੇ ਵਿੱਚ, ਯੂਰਪ ਦੇ ਵਿੱਚ, ਪਰ ਉਹਦੇ 'ਚ ਇਹੀ ਰਿਕੁਆਇਰਮੈਂਟ ਹੈ ਕਿ ਪਹਿਲਾਂ ਤੁਸੀਂ ਸਟੇਟਸ ਵਿੱਚ ਹੋਵੋ. ਸੋ ਜੇ ਤੁਸੀਂ ਇੱਥੋਂ ਹੁਣ ਪੜ੍ਹਾਈ ਫਿਨਿਸ਼ ਕਰ ਚੁੱਕੇ, ਫਰਜ਼ ਕਰੋ ਤੁਹਾਡਾ ਜਨਵਰੀ ਤੱਕ ਵੀਜ਼ਾ ਹੈਗਾ ਆ ਤਾਂ ਤੁਸੀਂ ਪੜ੍ਹਾਈ ਆਪਣੀ ਸਤੰਬਰ 'ਚ ਖਤਮ ਕਰ ਲੈਣੀ ਆ ਤਾਂ ਤੁਸੀਂ ਚਾਹੁੰਦੇ ਕਿ ਆਪਾਂ ਅੱਗੇ ਪੜ੍ਹੀਏ ਜਾਂ ਕੈਨੇਡਾ ਸ਼ਿਫਟ ਹੋਈਏ, ਯੂ ਕੈਨ ਗੋ ਟੂ ਕੈਨੇਡਾ ਐਜ਼ ਅ ਸਟੂਡੈਂਟ. ਸੋ ਐਜ਼ ਅ ਸਟੂਡੈਂਟ ਤੁਸੀਂ ਕੈਨੇਡਾ ਜਾ ਸਕਦੇ ਆ ਔਰ ਬਹੁਤ ਲੋਕ ਗਏ ਵੀ ਆ. ਆਪਾਂ ਬਹੁਤ ਲੋਕ ਕੈਨੇਡਾ ਨੂੰ ਭੇਜੇ ਜਨਵਰੀ ਫਰਵਰੀ ਦੇ ਵਿੱਚ ਜਿਨ੍ਹਾਂ ਦੇ ਮਈ 'ਚ ਖਤਮ ਹੋ ਰਹੇ ਸੀ ਵੀਜ਼ੇ. ਸੋ ਆਪਾਂ ਉਹਨਾਂ ਨੂੰ ਸ਼ਿਫਟ ਕੀਤਾ ਜੋ ਹੈਗੇ ਆ, ਉਹਨਾਂ ਨੇ ਅਪਲਾਈ ਕੀਤਾ ਜੀ ਕੈਨੇਡਾ ਨੂੰ, ਇੱਥੋਂ ਹੀ ਚਲ ਗਏ, ਈਵਨ ਜੋੜੀਆਂ ਵਿੱਚ ਵੀ ਗਏ ਆ. ਸੋ ਉਹਨਾਂ ਦਾ ਕਾਫੀ ਫਾਇਦਾ ਹੋਇਆ. ਹੁਣ ਉਹ ਕੈਨੇਡਾ ਪੜ੍ਹ ਰਹੇ ਆ, ਹੁਣ ਉਹ ਕਹਿੰਦੇ ਠੀਕ ਹੈ ਆਪਾਂ ਸਾਨੂੰ PR ਮਿਲ ਜਾਣੀ ਆ ਕਿਉਂਕਿ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ PR ਮਿਲਣ ਦੇ ਬਹੁਤ ਅੱਛੇ ਚਾਂਸਿਸ ਆ. ਹੁਣੇ ਹੀ ਇਹਨਾਂ ਨੇ 40,000 ਸਟੂਡੈਂਟ ਨੂੰ PR ਦਿੱਤਾ ਕੈਨੇਡਾ ਵਾਲਿਆਂ ਨੇ, 9 ਡਿਫਰੈਂਟ ਰੂਟਸ ਖੋਲ੍ਹ ਕੇ. ਸੋ ਰੂਟਸ PR ਦੇ ਰੂਟਸ ਬਹੁਤ ਇਹਨਾਂ ਨੇ ਖੋਲ੍ਹੇ ਹੋ ਕਿ ਉਹ ਚਾਹੁੰਦੇ ਕਿ ਯੰਗ ਪੀਪਲ ਆਉਣ, ਯੰਗ ਪੀਪਲ ਕੰਟਰੀਬਿਊਟ ਕਰਨ ਅਤੇ ਯੰਗ ਕਪਲਸ ਆਉਣ ਤਾਂ ਉਹ ਪੋਪੂਲੇਟ ਕਰਨ ਐਂਡ ਆਲਸੋ ਉਹ ਆਪਣੀ ਲਾਈਫ ਬਣਾਉਣ ਕਿਉਂਕਿ ਉਹਨਾਂ ਨੂੰ ਪਤਾ ਯੰਗ ਪੀਪਲ ਨਾਲ ਨੇ ਕੰਮ ਕਰਨ ਆਉਣਾ, ਮਿਹਨਤ ਕਰਨੀ ਆ, ਟੈਕਸ ਭਰਨਾ. ਦੈਟਸ ਇੰਪੋਰਟੈਂਟ. ਕੈਨੇਡਾ ਦਾ ਹੋਰ ਵੀ ਫਾਇਦਾ ਆ ਜੇ ਤੁਸੀਂ ਉੱਥੇ ਪੱਕੇ ਹੋ ਜਾਂਦੇ ਆ, ਤੁਹਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਜਾਂਦੀ, ਤੁਸੀਂ ਆਪਣੇ ਮਾਪੇ ਵੀ ਮੰਗਾ ਸਕਦੇ ਆ ਜੋ ਇਸ ਵੇਲੇ UK ਦੇ ਵਿੱਚ ਬਹੁਤ ਮੁਸ਼ਕਿਲ ਆ, ਆਲਮੋਸਟ ਇੰਪੋਸੀਬਲ ਹੀ ਕੀਤਾ ਇਹਨਾਂ ਨੇ. ਸੋ ਦਿਸ ਇਜ਼ ਜੋ ਹੈਗਾ ਆ ਐਡਵਾਂਟੇਜਿਸ. ਸੋ ਇਹ ਕੈਨੇਡਾ ਆਪਸ਼ਨ ਇਹ ਆਲਵੇਜ਼ ਹੈਗੀ ਹੈ ਪਰ ਤੁਸੀਂ ਆਪਣੀ ਪੜ੍ਹਾਈ ਫਿਨਿਸ਼ ਕਰਕੇ ਐਜ਼ ਅ ਸਟੂਡੈਂਟ ਜਾਓ, ਤੁਹਾਡੇ ਲਈ ਬਿਹਤਰ ਆ. ਹੋਰ ਵੀ ਸਕੀਮਾਂ ਹੈਗੀਆਂ ਜਿਨ੍ਹਾਂ ਨੇ ਇੰਡੀਆ ਤੋਂ ਜਾਣਾ ਜਾਂ ਇੱਥੋਂ ਜਾਣਾ, ਯੂਰਪ ਜਾਣਾ, ਐਸ ਲੌਂਗ ਐਜ਼ ਯੂ ਇਨ ਸਟੇਟਸ. ਪੋਰਚੁਗਲ ਦਾ ਬਿਜ਼ਨਸ ਵੀਜ਼ਾ ਮਿਲਦਾ ਜੀ, ਉਹਦੇ ਵਿੱਚ ਤੁਹਾਨੂੰ ਕੁਛ ਅਮਾਊਂਟ ਇਨਵੈਸਟ ਕਰਕੇ 5 ਸਾਲ ਉੱਥੇ ਰਹਿ ਕੇ ਤਾਂ ਤੁਹਾਨੂੰ ਪੋਰਚੁਗਲ ਦੀ PR ਮਿਲ ਜਾਂਦੀ ਹੈ. ਰੈਜ਼ੀਡੈਂਸ ਕਾਰਡ ਨਹੀਂ, PR, ਐਕਚੁਅਲ PR ਤੋਂ 6ਵੇਂ ਸਾਲ ਬਾਅਦ ਪਾਸਪੋਰਟ ਉਹਨਾਂ ਦਾ. ਸੋ ਉਹਦੇ ਵਿੱਚ ਤੁਸੀਂ ਆ ਜਾ ਵੀ ਸਕਦੇ ਆ, ਕੋਈ ਕੱਚੇ ਰਹਿਣ ਦੀ ਲੋੜ ਨਹੀਂ, ਆਪਣਾ ਬਿਜ਼ਨਸ ਵੀ ਕਰ ਸਕਦੇ ਆ. ਉਹਦੇ ਵਿੱਚ ਤੁਹਾਡੀ ਹਸਬੈਂਡ, ਵਾਈਫ, ਬੱਚੇ 18 ਤੋਂ ਥੱਲੇ ਸਾਰੇ ਜਾ ਸਕਦੇ ਆ, ਸਾਲ ਬਾਅਦ ਮਾਪੇ ਵੀ ਆ ਸਕਦੇ ਆ. ਸੋ ਇਹ ਵੀ ਸਕੀਮ ਆਪਾਂ ਕਾਫੀ ਕਰ ਰਹੇ ਫॉर ਫੈਮਲੀਜ਼ ਫਰੋਮ ਇੰਡੀਆ ਤੋਂ ਕਾਫੀ ਫੈਮਲੀਜ਼ ਹੈਗੀਆਂ ਆ ਅਤੇ ਜੋ ਕਿ ਇਹਦਾ ਫਾਇਦਾ
ਉਠਾ ਰਹੀ ਆ ਤੇ ਐਜ਼ ਅ ਪੂਰੀ ਟੱਬਰ ਜਾ ਰਿਹਾ ਪੋਰਚੁਗਲ 'ਚ ਤਾਂ ਉੱਥੇ ਸੈੱਟ ਹੋ ਰਿਹਾ। ਪੜ੍ਹਾਈ ਵੀ ਫ੍ਰੀ ਆ ਬੱਚਿਆਂ ਲਈ, ਮੈਡੀਕਲ ਵੀ ਫ੍ਰੀ ਆ, ਨਾਲੇ ਇੰਗਲੈਂਡ ਤੋਂ ਸਿਰਫ 2 ਘੰਟੇ ਦੀ ਫਲਾਈਟ ਆ, ਟਾਈਮ ਜ਼ੋਨ ਵੀ ਇੱਕੋ ਹੀ ਆ। ਸੋ ਇੱਥੇ ਜਦੋਂ ਹੁਣ 7:45 ਵਜੇ ਹੋ ਆ, ਉੱਥੇ ਵੀ ਪੋਰਚੁਗਲ ਵੀ 7:45 ਵਜੇ ਹੋ, ਕੋਈ ਟਾਈਮ ਦਾ ਫਰਕ ਨਹੀਂ ਤਾਂ ਕਿਤੇ ਵੀ ਜਾਓ 1-2 ਘੰਟੇ ਦਾ ਫਰਕ ਹੁੰਦਾ ਹੀ ਅੱਗੇ ਪਿੱਛੇ ਦਾ। ਸੋ ਗਰਮ ਦੇਸ਼ ਆ, ਕਾਫੀ ਟੂਰਿਸਟ ਆ ਉੱਥੇ, ਬੀਚਿਸ ਕਾਫੀ ਆ, ਧੁੱਪ ਰਹਿੰਦੀ ਆ। ਸੋ ਇਹ ਲੋਕਾਂ ਨੂੰ ਕਈ ਅੱਛਾ ਲੱਗਦਾ। ਆਲਸੋ if you're say a businessman here in the UK and you want to open a business in Europe, in the EU, and you missed the Brexit deadline, well, through this business visa, you can now go to Europe and start trading in Europe. So there are different ways around it. ਜੋ ਹੈਗਾ ਆ। ਸੋ ਬ੍ਰਿਟਿਸ਼ ਲੋਕਾਂ ਲਈ ਵੀ ਜਿਹਨਾਂ ਨੇ ਯੂਰਪ 'ਚ ਨਹੀਂ ਰਜਿਸਟਰ ਹੋਏ ਅਤੇ ਪਰ ਉਹ ਚਾਹੁੰਦੇ ਗਾਹਾਂ ਆਪਾਂ ਕਿ ਆਪਾਂ ਯੂਰਪ 'ਚ ਟਰੇਡ ਕਰੀਏ, ਬਿਜ਼ਨਸ ਖੋਲੀਏ, ਦਿਸ ਇਜ਼ ਅ ਗੁੱਡ ਵੇ ਫॉर them as well to go there. ਬਹੁਤ ਅੱਛਾ ਤਰੀਕਾ ਹੈ ਕਿ ਤੁਸੀਂ ਉੱਥੇ ਯੂਰਪ ਜਾ ਸਕਦੇ ਆ ਐਂਡ you can do that. ਹੁਣੇ ਨਿਊਜ਼ ਫਲੈਸ਼ ਆਇਆ ਜੀ, ਸਪੇਨ ਵਾਲੇ ਜਿੱਤ ਗਏ, ਸਵਿਟਜ਼ਰਲੈਂਡ ਵਾਲਿਆਂ ਨੇ ਬਹੁਤ ਵਧੀਆ ਖੇਲਿਆ ਬਟ ਪੈਨਲਟੀਆਂ 'ਤੇ ਹਾਰ ਗਏ ਸਵਿਟਜ਼ਰਲੈਂਡ। ਪਰ ਸ਼ਾਬਾਸ਼ ਜੀ, ਕਾਫੀ ਉਹਨਾਂ ਨੇ ਕੀਤਾ। ਪੈਨਲਟੀਆਂ ਤਾਂ ਕਹਿੰਦੇ ਲੋਟਰੀ ਵਾਂਗਰ ਹੁੰਦੀ ਆ, ਪਰ ਸਪੇਨ ਵਾਲੇ ਚੱਲ ਗਏ ਜੀ ਅਗਲੇ ਰਾਊਂਡ 'ਚ। ਅਤੇ ਹੁਣ ਇਟਲੀ ਤਾਂ ਬੈਲਜੀਅਮ ਦਾ ਆ 8ਵੇਂ ਮੈਚ, ਉਹ ਦੇਖ ਲਿਓ, ਉਹਨਾਂ 'ਚੋਂ ਦੇਖ ਲਿਓ ਕੌਣ ਦਾ। ਕੱਲ੍ਹ ਨੂੰ ਇੰਗਲੈਂਡ ਵਾਲਿਆਂ ਦਾ ਯੂਕਰੇਨ ਦੇ ਅਗੇਂਸਟ, ਸੋ ਉਹ ਵੀ ਦੇਖ ਲਿਓ ਜੀ ਕਿ ਜੀ ਕਿਹੜਾ ਜਾਂਦਾ ਉਹਦੇ ਵਿੱਚ। ਤਾਂ ਤੁਹਾਨੂੰ ਪਤਾ ਹੀ ਹੈ ਕਿ ਇੰਗਲੈਂਡ ਵਾਲੇ ਜਦੋਂ ਖੇਲਦੇ ਆ ਇੱਥੇ UK ਦੇ ਵਿੱਚ ਤਾਂ ਖੱਪ ਪੈਂਦੀ ਆ। ਸੋ ਉਹਦੇ ਵੀ ਤੁਸੀਂ ਕੱਲ੍ਹ ਨੂੰ ਤਿਆਰੀ ਕਰ ਲਿਓ। ਬਾਕੀ there's a lot of options। ਆਪਾਂ ਜੋ ਕਹਿੰਦੇ ਆ ਜੀ ਇਸ ਵੇਲੇ if you're a student, ਇੱਥੇ ਤੁਹਾਡੇ ਲਈ ਬਹੁਤ ਆਪਸ਼ਨਸ ਹੈਗੀਆਂ ਆ, ਬਟ ਰਹਿਣਾ ਸਟੇਟਸ ਵਿੱਚ ਪੈਣਾ ਆ। ਐਂਡ ਆਪਾਂ ਜੋ ਪੁਰਾਣਾ ਮਾਈਂਡ ਸੈੱਟ ਆ ਉਹਨੂੰ ਬਦਲੀਏ ਤਾਂ ਤੁਸੀਂ ਨਿਊ ਜਨਰੇਸ਼ਨ ਆ, ਤੁਸੀਂ ਆ ਟਰੈਂਡਾਂ ਨੂੰ ਜੋ ਹੈਗਾ ਆ ਇਹਨਾਂ ਨੂੰ ਛੱਡੋ। ਜਾਂ ਸਾਡੇ ਦੇਸੀ ਟਰੈਂਡ ਹੈ ਨਾ ਕਈ ਪਹੁੰਚ ਜੋ ਬਾਕੀ ਦੇਖ ਲਾਂਗੇ, ਕੱਚੇ ਰਹਿ ਲਾਂਗੇ, ਨਿਆਣੇ ਕਰ ਲਾਂਗੇ, ਇਹ ਸਭ ਪੁਰਾਣੀਆਂ ਗੱਲਾਂ, ਪੁਰਾਣੀਆਂ ਟਰੈਂਡ ਆ। ਜਿਹੜੇ ਕਹਿੰਦੇ ਵੀ ਆ ਨਾ ਕਿ ਅਸੀਂ ਪੱਕੇ ਹੋ ਗਏ ਨਿਆਣਿਆਂ ਦੇ ਬੇਸ 'ਤੇ, ਪੱਕੇ ਤਾਂ ਹੋਏ ਨਹੀਂ ਜੀ, ਉਹ ਸਿਰਫ ਵੀਜ਼ਿਆਂ 'ਤੇ ਆ 2.5 ਸਾਲ ਦੇ। ਪੱਕੇ ਤਾਂ 10 ਸਾਲਾਂ ਬਾਅਦ ਹੋਣਾ, ਜਦੋਂ 4 ਲੱਗੂਗੇ। ਹਰ 2.5 ਸਾਲ ਫੀਸ ਭਰਨੀ ਪੈਂਦੀ ਆ, ਇਹਨਾਂ ਨੂੰ ਮੱਥਾ ਟੇਕਣਾ ਪੈਂਦਾ। ਉਹ ਫਿਰ ਵੀ ਵੀਜ਼ੇ 'ਤੇ ਤੁਸੀਂ ਇਹ 2.5 ਸਾਲ ਵਾਲੇ ਵੀਜ਼ੇ ਹੀ ਲੱਗਣੇ ਸ਼ੁਰੂ ਕੀਤੇ 2012 'ਚ। ਸੋ ਇਹਦੇ 'ਚ ਪੱਕਾ ਤਾਂ ਕੋਈ ਨਹੀਂ ਹੋਇਆ ਹਲੇ, ਕਿ 10 ਸਾਲਾਂ ਬਾਅਦ 22 'ਚ ਆ ਕੇ ਪੱਕੇ ਹੋਣੇ ਸ਼ੁਰੂ ਕਰਨੇ ਆ। ਉਹ ਵੀ ਫਿਰ 7 ਸਾਲਾਂ ਬਾਅਦ ਜਾਂ ਬ੍ਰਿਟਿਸ਼ ਬੱਚੇ ਹੋਏ ਤੋਂ ਬਾਅਦ। ਸੋ ਇਹਦੇ ਵਿੱਚ ਕੋਈ ਜ਼ਿਆਦਾ ਆਪਾਂ ਦੇਖਿਆ ਨਹੀਂ ਕਿ ਠੀਕ ਆ ਕਿ ਆ ਕੇ ਵੀਜ਼ੇ ਲੱਗ ਗਏ, ਪਰ ਉਮਰਾਂ ਤਾਂ ਲੰਘ ਗਈਆਂ ਨਾ, ਖਵਾਹਿਸ਼ਾਂ ਮਰ ਗਈਆਂ। ਅਤੇ ਦੱਸ ਦੇਖੀ ਮੇਰੀਆਂ ਭੈਣਾਂ ਔਰਤਾਂ ਬਹੁਤ ਦੁਖੀ ਹੋਈਆਂ, ਤੁਹਾਡੇ ਅਰਮਾਨ ਬਹੁਤ ਬਈ ਘੱਟੇ। Okay, so okay, what can we do now? Right, ਮੈਂ ਤਾਂ ਹੁਣ ਕੁਛ ਤਾਂ ਜ਼ਿਆਦਾ ਹੈ ਨਹੀਂ, ਟਾਈਮ ਤਾਂ ਸਾਡਾ ਖ਼ਤਮ ਹੋਣੇ ਵਾਲਾ। ਕਿੰਨੇ ਮਿੰਟ ਰਹਿ ਗਏ ਜੀ? 2-3 ਮਿੰਟ ਰਹਿ ਗਏ। ਓਕੇ, ਸੋ ਲੋਕ ਹੁਣ ਪੁੱਛਦੇ ਭਾਈ ਤੁਹਾਡੇ ਕਿੱਥੇ ਵੇਅਰ ਅਬਾਊਟਸ ਹੁੰਦੇ ਆ ਜੀ? ਮੰਡੇ ਟੂ ਫਰਾਈਡੇ ਮੈਂ ਦਫ਼ਤਰ ਹੁੰਦਾ। ਮੰਡੇ ਆਪਾਂ ਬ੍ਰੈਂਟਫੋਰਡ ਹੋਈਦਾ, ਟਿਊਜ਼ਡੇ ਆਪਾਂ ਬਰਮਿੰਘਮ ਹੋਈਦਾ, ਬਾਕੀ 3 ਦਿਨ ਆਪਾਂ ਬ੍ਰੈਂਟਫੋਰਡ ਹੋਈਦਾ। ਰਸ਼ ਕਾਫੀ ਪਿਆ ਆ, ਉਹ ਤਾਂ ਫਿਰ ਪੈਣਾ ਹੀ ਆ ਕਿਉਂਕਿ ਐਪਲੀਕੇਸ਼ਨਾਂ ਕਰ ਰਹੇ ਆ। ਸੋ ਜਿਨ੍ਹਾਂ ਨੇ ਆਉਣਾ ਜੀ ਟਾਈਮ ਲੈ ਕੇ ਆ ਕੇ ਮਿਲ ਲਓ। ਜਿਹੜੇ ਦੂਰ ਰਹਿੰਦੇ ਆ ਜੀ ਉਹ ਫੋਨ 'ਤੇ ਟਾਈਮ ਲੈ ਸਕਦੇ, ਉਹਨਾਂ ਨੂੰ ਆਪਾਂ ਫੋਨ 'ਤੇ ਟਾਈਮ ਦੇ ਦਈਦਾ ਕਿ ਜੀ ਇੰਨਾ ਕੁ ਟਾਈਮ ਦੇ ਵਿੱਚ ਤੁਸੀਂ ਆਪਣੀ ਗੱਲ ਕਰ ਲਓ, ਸਲਾਹ ਲੈ ਲਓ, ਤਾਂ ਆਪਾਂ ਫੋਨ 'ਤੇ ਕਰੀਦਾ। ਤਾਂ ਮੋਬਾਇਲ ਮੈਂ ਆਪਣਾ ਘੱਟੇ ਹੀ ਚੱਕਦਾ, ਬਿਕੋਜ਼ ਇੱਥੇ ਤਾਂ ਕਈ ਵਾਰੀ ਅੱਧੀ ਰਾਤ ਨੂੰ ਫੋਨ ਆਉਂਦੇ। ਇਸ ਵੀਕ 12:30 ਵਜੇ ਫੋਨ ਆਇਆ, ਮੈਂ ਚੱਕਿਆ ਤਾਂ ਹੈ ਨਹੀਂ, ਪਰ ਜਦੋਂ ਮੈਂ ਸਵੇਰ ਨੂੰ ਉੱਠਿਆ ਮੈਂ ਦੇਖਿਆ ਇੱਕ 12:30 ਨੂੰ ਆਇਆ ਸੀ, ਇੱਕ 4:30 ਵਜੇ ਸਵੇਰੇ। ਸੋ ਲੋਕਾਂ ਨੂੰ ਜਦੋਂ ਇਮੀਗ੍ਰੇਸ਼ਨ ਦੀ ਹੌਲ ਜਿਹਾ ਉੱਠਦਾ ਨਾ ਤਾਂ ਬੜੇ ਅਜੀਬ ਟਾਈਮ 'ਤੇ ਉੱਠਦਾ, ਉਹਦੇ ਨਾਲ ਹੀ ਪਤਾ ਲੱਗ ਜਾਂਦਾ ਕਿ ਲੋਕ ਪਰੇਸ਼ਾਨ ਕਿੰਨਾ ਆ। ਕਿ ਤੁਸੀਂ ਅੱਧੀ ਰਾਤ ਨੂੰ ਜਾਂ ਸਵੇਰ ਨੂੰ 4 ਵਜੇ ਉੱਠ ਕੇ ਇਮੀਗ੍ਰੇਸ਼ਨ ਦੇ ਵਕੀਲ ਨੂੰ ਫੋਨ ਕਰ ਰਹੇ ਆ, ਇਹਦਾ ਮਤਲਬ ਨੀਂਦ ਤੁਹਾਨੂੰ ਕਿੰਨੀ ਕੁ ਆਈ ਹੋਊ ਪਤਾ ਹੀ ਆ। ਸੋ ਨੀਂਦਾਂ ਤਾਂ ਉੱਡੀਆਂ ਪਈਆਂ ਇੱਥੇ। ਇਹ ਤਾਂ ਸਿਰਫ ਆਮ
200-250 ਫੋਨ ਤਾਂ ਆਉਂਦਾ ਹੀ ਆ। ਬੈਟਰੀ ਮੇਰੀ 2 ਵਾਰੀ ਡਾਊਨ ਹੁੰਦੀ ਆ ਦਿਹਾੜੀ 'ਚ। ਆਪੇ ਤੁਸੀਂ ਦੇਖੋ ਕਿ ਕਿੰਨੇ ਫੋਨ ਆਉਂਦੇ ਆ। ਸੋ ਫੋਨਾਂ 'ਤੇ ਮੈਂ ਘੱਟ ਰਿਸਪੌਂਡ ਕਰਦਾ। ਟਾਈਮ ਤੁਸੀਂ ਆ ਕੇ ਲੈ ਲਓ, ਰਸ਼ ਪਿਆ ਜੀ। ਤਾਂ ਮੈਂ ਜਿਨ੍ਹਾਂ ਲੋਕਾਂ ਨੇ ਸਾਨੂੰ ਕੇਸ ਦਿੱਤੇ ਪਹਿਲਾਂ ਤਾਂ ਪ੍ਰਤੀ ਉਹਨਾਂ ਦਾ ਹੀ ਮੇਰਾ ਬਣਦਾ ਆ ਕਿ ਉਹਨਾਂ ਦੀ ਜੋ ਜ਼ਿੰਮੇਵਾਰੀ ਹੈ ਉਹ ਨਿਭਾਈਏ, ਅਤੇ ਬਾਕੀ ਕੰਮ ਸਾਰੇ ਬਾਅਦ 'ਚ। ਯੈਪ ਇਫ ਯੂ ਗੋ ਡਿਗਰੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਤਾਂ ਗ੍ਰੈਜੂਏਟ ਰੂਟ ਲਈ ਮੋਰ ਦੈਨ ਵੈਲਕਮ, ਕਮ ਪੌਪ ਇਨ, ਮੈਨੂੰ ਆ ਕੇ ਮਿਲ ਕੇ ਮੈਂ ਕਰ ਦਿੰਦਾ ਅਪਲਾਈ, ਤੁਹਾਡਾ ਵੀਜ਼ਾ ਦਵਾ ਦਿੰਦਾ ਤੁਹਾਡੇ ਜੋ ਹੈਗਾ ਆ। ਸੋ ਦੈਟਸ ਇਟ। ਆਪਾਂ ਇੰਨਾ ਹੀ ਆ ਜੀ ਤੁਹਾਨੂੰ ਇਸ ਹਫ਼ਤੇ ਦੇ ਲਈ, ਇੰਨਾ ਹੀ ਸੀਗਾ। ਅਤੇ ਹੋਪਫੁਲੀ ਤੁਸੀਂ ਬਾਕੀ ਜਿੱਦਾਂ ਮੈਂ ਕਹਿੰਦਾ ਹੁੰਦਾ ਹਰ ਹਫ਼ਤੇ ਆਪਾਂ ਸੇਫ ਰਹੀਏ, ਕਿਉਂਕਿ ਕੋਵਿਡ ਦੇ ਰੇਟਸ ਇੱਕ ਵਾਰੀ ਫਿਰ ਹਾਈ ਆ ਰਹੇ ਆ। ਸੋ ਇੱਕ ਵਾਰੀ ਫਿਰ ਇਹ ਵੱਧ ਰਹੇ ਆ ਇਨਫੈਕਸ਼ਨਾਂ ਜੋ ਹੋ ਰਹੀਆਂ। ਹਾਂ ਇਹ ਸ਼ੁਕਰ ਆ ਕਿ ਟੀਕਿਆਂ ਕਰਕੇ ਮੌਤਾਂ ਘੱਟ ਹੋ ਰਹੀਆਂ। ਅੱਗੇ ਜਿੱਦਾਂ ਹਜ਼ਾਰ ਬੰਦਾ ਮਰਦਾ ਸੀ ਉਹ ਹੁਣ ਇਸ ਵੇਲੇ ਹੋ ਨਹੀਂ ਰਿਹਾ। ਜੇ ਤੁਸੀਂ ਆਪਣਾ ਵੈਕਸੀਨ ਨਹੀਂ ਲਵਾਇਆ ਤਾਂ ਤੁਸੀਂ ਲਵਾਉਣਾ ਚਾਹੁੰਦੇ ਹੋ ਤੁਸੀਂ ਲਵਾ ਸਕਦੇ ਆ। ਇਹਦੇ 'ਚ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੱਚੇ ਜਾਂ ਪੱਕੇ ਆ। ਤੁਹਾਨੂੰ ਵੈਕਸੀਨ ਲਵਾਉਣ ਵੇਲੇ ਗਵਰਨਮੈਂਟ ਨਹੀਂ ਟਰੈਕ ਕਰਦੀ। ਗਵਰਨਮੈਂਟ ਟਰੈਕ ਕਰਦੀ ਤੁਹਾਨੂੰ ਈਮੇਲ ਐਡਰੈਸਾਂ ਤੋਂ। ਈਮੇਲ ਐਡਰੈਸ ਤੋਂ ਕਿੱਦਾਂ ਟਰੈਕ ਕਰ ਲੈਂਦੀ? ਤੁਸੀਂ ਈਮੇਲ ਐਡਰੈਸ ਕਿਤੇ ਭਰੋ, ਤੁਹਾਨੂੰ ਕਿੰਨੇ ਈਮੇਲ ਆ ਜਾਂਦੇ ਸਪੈਮ ਵਾਲੇ, ਉਹਨਾਂ ਨੂੰ ਇਹ ਵੀ ਪਤਾ ਤੁਸੀਂ ਰਹਿੰਦੇ ਕਿੱਥੇ ਆ, ਫਲਾਨਾ ਕਿੱਦਾਂ, ਇੱਦਾਂ ਟਰੈਕ ਕਰਦੇ ਆ। ਸੋ ਆ ਜੀ ਬਾਕੀ ਆਪਣੀ ਸਲਾਹ ਆ ਜੋ ਸਹੀ ਤੁਸੀਂ ਰਿਐਲਿਟੀ ਹੈਗੀ ਆ ਸਲਾਹ ਉਹਨੂੰ ਫੇਸ ਕਰੋ। ਲੋਕ ਬੜਾ ਕਹਿੰਦੇ ਕਿ ਜੀ ਨੈਗੇਟਿਵ ਨਹੀਂ ਸੋਚਣਾ ਚਾਹੀਦਾ, ਨੈਗੇਟਿਵ। ਲੋਕਾਂ ਨੇ ਸੱਚ ਨੂੰ ਨੈਗੇਟਿਵ ਹੀ ਬਣਾ ਲਿਆ ਕਿ ਸੱਚੀ ਗੱਲ ਨੈਗੇਟਿਵ ਹੈ। ਨਹੀਂ ਜੀ, ਉਹ ਝੂਠ ਨੂੰ ਪੋਜ਼ੀਟਿਵ, ਬਹੁਤ ਵੀ ਪੋਜ਼ੀਟਿਵ ਗੱਲਾਂ ਕਰਦਾ, ਇਹਦਾ ਮਤਲਬ ਹੁੰਦਾ ਕਿ ਬਹੁਤ ਝੂਠ ਬੋਲਦਾ। ਹਾਂ ਸਿੰਪਲ ਹੀ ਗੱਲ ਆ। ਪਰ ਨੈਗੇਟਿਵ ਪੋਜ਼ੀਟਿਵ ਦਾ ਇੱਕ ਹੋਰ ਪੱਖ ਹੈਗਾ ਰੀਅਲਿਜ਼ਮ। ਉਹ ਹੁੰਦਾ ਰਿਐਲਿਟੀ, ਕਿ ਬੰਦਾ ਸਾਰਾ ਕੁਛ ਤੋਲ ਕੇ ਜੋ ਹੈਗਾ ਆ ਸਹੀ ਗੱਲ ਕਰੇ। ਸੋ ਉਹ ਹੁੰਦਾ ਰਿਐਲਿਟੀ। ਆਪਾਂ ਰੀਅਲਿਜ਼ਮ ਦੀ ਗੱਲ ਕਰਦੇ ਹਾਂ। ਹੁਣ ਤੁਹਾਨੂੰ ਨਾ ਨੈਗੇਟਿਵ ਵਧੀਆ ਲੱਗਦਾ ਨਾ ਰੀਅਲਿਜ਼ਮ ਚੰਗੀ। ਤੁਸੀਂ ਚਾਹੁੰਦੇ ਕਿ ਮਿੱਠੀਆਂ ਭਾਵੇਂ ਝੂਠ ਸੁਣਾਈ ਜਾਓ, ਉਹ ਵਧੀਆ ਕਿ ਫਲਾਨਾ ਪਟੀਸ਼ਨ ਆਇਆ ਜੀ ਹੁਣ ਪੱਕੇ ਹੋਣ ਲੱਗੇ ਆ, ਬੋਰਿਸ ਆ ਗਿਆ ਜੀ ਹੁਣ ਪੱਕੇ ਕਰਨ ਲੱਗੇ ਆ, ਪ੍ਰੀਤੀ ਪਟੇਲ ਤਾਂ ਆਪਣੀ ਆ ਜੀ ਪੱਕੀ ਕਰਨ ਲੱਗੀ ਆ, ਰਿਸ਼ੀ ਹੋਣੀ ਉਹ ਪੰਜਾਬੀ ਮੁੰਡਾ ਹੁਣ ਕਰ ਦੇਣੇ ਪੱਕੇ। ਇੱਦਾਂ ਦੀਆਂ ਗੱਲਾਂ ਤੁਸੀਂ ਦੇਖੀ ਜਾਂਦੇ ਆ। ਉਹਦੇ ਲਈ ਜੀ ਤੁਸੀਂ ਟਿਕਟੋਕ 'ਤੇ ਬਹਿ ਕੇ ਦੇਖ ਲਿਆ ਕਰੋ। ਉਹ ਅਸੀਂ ਕੰਮ ਲਈ ਬਣਿਆ, ਐਂਟਰਟੇਨਮੈਂਟ ਲਈ ਬਣਿਆ ਆ। ਸੋ ਉਹਦੇ ਵਿੱਚ ਸਾਰੇ ਬੰਦੇ ਵਕੀਲ ਬਣੇ ਹੋ ਜੀ, ਸਾਰੇ ਡਾਕਟਰ ਬਣੇ ਹੋ। ਸੋ ਉਹਨਾਂ ਦੀ ਦੇਖੀ ਜਾਇਆ ਕਰੋ ਜੀ। ਅਤੇ ਬਾਕੀ ਜੇ ਰੀਅਲਿਜ਼ਮ ਚਾਹੁੰਦੇ ਆ ਫਿਰ ਆਪਾਂ ਸ਼ੋਅ ਦੇਖ ਲਿਆ ਕਰੀਏ, ਕਿ ਇਹਦੇ 'ਤੇ ਤਾਂ ਤੁਹਾਨੂੰ ਸੱਚ ਹੀ ਦੱਸਾਂਗੇ ਜੋ ਹੋ ਰਿਹਾ। ਝੂਠੀ ਉਮੀਦ ਦੇਣ ਦੀ ਜ਼ਰੂਰਤ ਹੀ ਹੈ ਨਹੀਂ। ਆਪਾਂ ਕਾਹਨੂੰ ਤੁਹਾਡੇ ਲਾਈਫ ਖ਼ਰਾਬ ਕਰੀਏ ਝੂਠੀ ਉਮੀਦ ਦੇ ਵਿੱਚ, ਲੋੜ ਹੀ ਨਹੀਂ ਜੀ। ਸੋ ਆਹ ਚੀਜ਼ ਆ ਜੀ। ਚਲੋ ਮੈਂ ਆਪਣੀ ਰੀਅਲਿਜ਼ਮ ਲੈ ਕੇ ਜਾਂਦਾ ਤਾਂ ਮੈਂ ਤੁਹਾਨੂੰ ਮਿਲੂੰਗਾ ਨੈਕਸਟ ਵੀਕ। ਅਤੇ ਅੰਟਿਲ ਦੈਨ ਸਾਰੇ ਤੁਸੀਂ ਸਟੇ ਸੇਫ ਕਰੋ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।